जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ ਅੰਗਰੇਜ਼ੀ ਦੀ ਕਿਤਾਬ ਰੇਨਬੋ ਉਸ ਦਾ ਲੈਸਨ ਨੰਬਰ 4 ਜਿਸ ਦਾ ਸਿਰਲੇਖ ਹੈ ਦੀ ਫਲਾਈਂਗ ਸਿੱਖ ਮਿਲਖਾ ਸਿੰਘ ਅਰਥਾਤ ਉੜਦਾ ਹੋਇਆ ਸਰਦਾਰ ਮਿਲਖਾ ਸਿੰਘ। ਇਸ ਸਬਕ ਦਾ ਇਸ ਲੈਸਨ ਦੀ ਅਸੀਂ ਇਸ ਵੀਡੀਓ ਵਿੱਚ ਰੀਡਿੰਗ ਕਰਾਂਗੇ, ਸ਼ਬਦਾਂ ਦੇ ਤੇ ਸ਼ਬਦ ਜੋੜਾਂ ਦੇ ਅਰਥ ਜਾਣਾਂਗੇ, ਉਹਦੀ ਟਰਾਂਸਲੇਸ਼ਨ ਕਰਾਂਗੇ ਤੇ ਸਾਰੇ ਸਬਕ ਨੂੰ ਚੰਗੀ ਤਰ੍ਹਾਂ ਉਹ ਜਿਹੜੇ ਸ਼ਬਦ ਨੇ ਉਹਦੇ ਉਚਾਰਨ ਤੇ ਕੁਝ ਵਿੱਚ ਆਉਂਦੇ ਗ੍ਰਾਮਰ ਦੇ ਨੁਕਤੇ ਨੇ ਉਹ ਵੀ ਆਪ ਜੀ ਨਾਲ ਸਾਂਝੇ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲੇ ਜਿਵੇਂ ਕਿ ਮੈਂ ਪਹਿਲਾਂ ਵੀ ਤਾਕੀਦ ਕਰਦਾ ਕਿ ਤੁਸੀਂ ਸਾਰੇ ਆਪਣੀ ਨੋਟਬੁੱਕ ਖੋਲ੍ਹ ਲਓ, ਪੈਨ ਨਾਲ ਲੈ ਲਓ ਤੇ ਜਿੱਥੇ ਜਿੱਥੇ ਲੋੜ ਪਵੇ ਵੀਡੀਓ ਨੂੰ ਪੌਜ਼ ਕਰਕੇ ਗੱਲਾਂ ਨੂੰ, ਜ਼ਰੂਰੀ ਗੱਲਾਂ ਨੂੰ ਤੁਸੀਂ ਸਾਰਿਆਂ ਨੂੰ ਨੋਟ ਕਰੀ ਜਾਣਾ ਹੈ। ਸੋ ਆਓ ਸ਼ੁਰੂ ਕਰਦੇ ਹਾਂ। ਮਿਲਖਾ ਸਿੰਘ ਇਜ਼ ਵਨ ਆਫ ਇੰਡੀਆਜ਼ ਗ੍ਰੇਟੈਸਟ ਪਰਸਨੈਲਿਟੀਜ਼। ਗ੍ਰੇਟੈਸਟ ਮੈਨੇ ਸਭ ਤੋਂ ਵੱਡੀ, ਮਹਾਨ। ਪਰਸਨੈਲਿਟੀ ਹੁੰਦੀ ਹੈ ਸ਼ਖਸੀਅਤ ਤੇ ਪਰਸਨੈਲਿਟੀਜ਼ ਮੈਨੇ ਸ਼ਖਸੀਅਤਾਂ। ਵਨ ਆਫ ਮੈਨੇ ਉਹਨਾਂ ਚੋਂ ਇੱਕ। ਇੰਡੀਆਜ਼ ਇਹਨੂੰ ਕਹਿੰਦੇ ਜਿਹਦੇ ਵਿੱਚ ਇੱਥੇ ਕੌਮਾ ਹੁੰਦਾ ਉੱਤੇ ਤੇ ਥੱਲੇ ਨਾਲ ਐਸ ਹੁੰਦਾ, ਇਹਨੂੰ ਕਹਿੰਦੇ ਨੇ ਏ ਪੋਸਟ੍ਰੋਫੀ। ਤੇ ਜੇ ਮੈਂ ਕੌਮੇ ਹੋਰ ਐਸ ਨੂੰ ਹਟਾ ਦੇਵਾਂ ਤੇ ਇਹਦਾ ਮਤਲਬ ਹੈਗਾ ਇੰਡੀਆ ਦਾ, ਇੰਡੀਆ ਦੇ, ਇੰਡੀਆ ਦੀ। ਤੁਸੀਂ ਇਹ ਬਸ ਆਪਣੇ ਨੋਟ ਕਰ ਲਓ ਕਿਤਾਬ 'ਚ, ਆਪਣੀ ਨੋਟਬੁੱਕ 'ਚ, ਕੌਮਾ ਐਸ ਇਹ ਜੇ ਹਟਾਉਣਾ ਹੋਵੇ ਇਹਦਾ ਮਤਲਬ ਹੈ, ਜੇ ਇਹਨੂੰ ਪੰਜਾਬੀ 'ਚ ਤਰਜਮਾ ਕਰਨਾ ਹੋਵੇ ਤੇ ਇਹਦਾ ਮਤਲਬ ਹੈ ਦਾ, ਦੇ, ਦੀ। ਜੇ ਮੈਂ ਕਹਾਂ ਇੰਡੀਆਜ਼ ਕੈਪੀਟਲ, ਇੰਡੀਆ ਦੀ ਕੈਪੀਟਲ। ਇੰਡੀਆਜ਼ ਪਾਪੂਲੇਸ਼ਨ, ਇੰਡੀਆ ਦੀ ਆਬਾਦੀ। ਇੰਡੀਆਜ਼ ਸਟੇਟਸ, ਇੰਡੀਆ ਦੇ ਸੂਬੇ। ਸੋ ਇਹ ਜਿਹੜਾ ਹੈ ਕੌਮਾ ਤੇ ਐਸ ਇਹਦਾ ਸਿੱਧਾ ਸਾਦਾ ਮਤਲਬ ਹੈ ਦਾ, ਦੇ, ਦੀ। ਸੋ ਇਸ ਲਾਈਨ ਦਾ ਅਰਥ ਹੋ ਗਿਆ ਮਿਲਖਾ ਸਿੰਘ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਚੋਂ ਇੱਕ ਹੈ। ਵੱਡੀਆਂ ਮੈਨੇ ਗ੍ਰੇਟੈਸਟ, ਸ਼ਖਸੀਅਤਾਂ ਮੈਨੇ ਪਰਸਨੈਲਿਟੀਜ਼, ਚੋਂ ਮੈਨੇ ਵਨ ਆਫ, ਵਨ ਮੈਨੇ ਇੱਕ, ਉਹਨਾਂ ਚੋਂ ਇੱਕ ਹੈ। ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਦੇਸ਼ 'ਚ ਆਈਆਂ ਨੇ ਤੇ ਮਿਲਖਾ ਸਿੰਘ ਦੀ ਗਿਣਤੀ ਉਹ ਵੱਡੀ ਸ਼ਖਸੀਅਤਾਂ ਵਿੱਚੋਂ ਇੱਕ ਕਰਕੇ ਉਹਨਾਂ ਚੋਂ ਇੱਕ ਜਾਣੀ ਜਾਂਦੀ ਹੈ। ਹੀ ਇਜ਼ ਅ ਫੇਮਸ, ਫੇਮਸ ਮੈਨੇ ਮਸ਼ਹੂਰ। ਐਥਲੀਟ ਦਾ ਵੱਲੋਂ ਹੁੰਦਾ ਖਿਡਾਰੀ ਤੇ ਜਾਂ ਹੁੰਦਾ ਦੌੜਾਕ, ਕਿਉਂਕਿ ਮਿਲਖਾ ਸਿੰਘ ਦੌੜਦਾ ਸੀ ਇਸ ਕਰਕੇ ਅਸੀਂ ਇੱਥੇ ਨੂੰ ਦੌੜਾਕ ਕਰਕੇ ਲਿਖਾਂਗੇ। ਪਰ ਜਿਹੜਾ ਬੰਦਾ ਦੂਜੀਆਂ ਖੇਡਾਂ 'ਚ ਹਿੱਸਾ ਲੈਂਦਾ ਹੈ, ਦੌੜਦਾ ਹੈ, ਹੋਰ ਕੰਮ ਕਰਦਾ ਹੈ, ਉਹਨੂੰ ਵੀ ਅਸੀਂ ਐਥਲੀਟ ਕਰਕੇ ਮੋਟੇ ਤੌਰ 'ਤੇ ਕਹਿ ਸਕਦੇ ਹਾਂ। ਸੋ ਹੀ ਇਜ਼ ਅ ਫੇਮਸ ਐਥਲੀਟ ਅਰਥਾਤ ਉਹ ਇੱਕ ਮਸ਼ਹੂਰ ਦੌੜਾਕ ਹੈ। ਹੀ ਇਜ਼ ਆਲਸੋ, ਆਲਸੋ ਨੇ ਵੀ, ਨੋਨ ਮੈਨੇ ਜਾਣਿਆ ਜਾਂਦਾ ਹੈ, ਐਜ਼ ਦੀ ਫਲਾਈਂਗ ਸਿੱਖ। ਉਹਦਾ ਇੱਕ ਉਪਨਾਮ ਵੀ ਬਣ ਗਿਆ ਹੈ, ਮਸ਼ਹੂਰ ਹੋ ਗਿਆ ਹੈ, ਉਹ ਉੜਦਾ ਸਰਦਾਰ, ਫਲਾਈਂਗ ਸਿੱਖ। ਫਲਾਈਂਗ ਮੈਨੇ ਉੜਦਾ ਹੋਇਆ, ਸਿੱਖ ਮੈਨੇ ਸਰਦਾਰ, ਸਿੱਖ ਹੈ ਨਾ, ਜੋ ਸਿੱਖ, ਕਿਉਂਕਿ ਸਿੱਖ ਕੌਮ ਨਾਲ ਉਹ ਸੰਬੰਧਿਤ ਹੈਗਾ। ਸੋ ਹੀ ਇਜ਼ ਆਲਸੋ ਨੋਨ ਐਜ਼ ਦੀ ਫਲਾਈਂਗ ਸਿੱਖ, ਉਹ ਇੱਕ ਉੜਦਾ ਸਰਦਾਰ ਕਰਕੇ ਵੀ ਜਾਣਿਆ ਜਾਂਦਾ ਹੈ। ਇਜ਼ ਆਲਸੋ ਨੋਨ, ਇਜ਼ ਆਲਸੋ ਨੋਨ ਦਾ ਮਤਲਬ ਹੈ, ਲਿਖ ਲਓ, ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਅੱਗੇ ਚਲੀਏ। ਹੀ ਵਾਜ਼ ਬੋਰਨ ਇਨ ਅ ਸਿੱਖ ਰਾਠੌਰ ਰਾਜਪੂਤ ਫੈਮਿਲੀ। ਉਹ ਜੰਮਿਆ ਸੀ ਇੱਕ ਸਿੱਖ ਰਾਠੌਰ ਰਾਜਪੂਤ ਪਰਿਵਾਰ ਵਿੱਚ। ਇਨ ਪੰਜਾਬ, ਇਨ ਅਨਡਿਵਾਈਡਡ ਇੰਡੀਆ, ਅਣਵੰਡੇ ਭਾਰਤ ਵਿੱਚ। ਨਾਓ ਇਨ ਪਾਕਿਸਤਾਨ, ਅਰਥਾਤ ਜਿੱਥੇ ਉਹ ਜੰਮਿਆ ਸੀ ਉਹ ਹਿੱਸਾ ਹੁਣ ਪਾਕਿਸਤਾਨ ਵਿੱਚ ਚਲਾ ਗਿਆ। ਹੀ ਵਾਜ਼ ਬੋਰਨ, ਉਹ ਜੰਮਿਆ ਸੀ ਇਨ ਅ ਸਿੱਖ ਰਾਠੌਰ ਰਾਜਪੂਤ ਫੈਮਿਲੀ, ਇੱਕ ਸਿੱਖ ਰਾਠੌਰ ਰਾਜਪੂਤ ਪਰਿਵਾਰ ਵਿੱਚ। ਇਨ ਪੰਜਾਬ, ਪੰਜਾਬ ਦੇ ਵਿੱਚ। ਇਨ ਅਨਡਿਵਾਈਡਡ ਇੰਡੀਆ, ਅਨਡਿਵਾਈਡਡ ਇੰਡੀਆ ਵਿੱਚ ਅਣਵੰਡੇ ਭਾਰਤ, ਕਿਉਂਕਿ ਬੱਚੇ ਪਾਕਿਸਤਾਨ 'ਚ ਵੀ ਪੰਜਾਬ ਹੈਗਾ ਤੇ ਹਿੰਦੁਸਤਾਨ 'ਚ ਵੀ ਪੰਜਾਬ ਹੈਗਾ ਤੇ ਅਸੀਂ ਇਹਨੂੰ ਕਹਿੰਦੇ ਹਾਂ ਅਣਵੰਡਿਆ ਪੰਜਾਬ। ਜਦੋਂ ਪਾਰਟੀਸ਼ਨ ਹਾਲੇ ਨਹੀਂ ਹੋਇਆ ਸੀ 1947 ਤੋਂ ਪਹਿਲੇ ਇਹ ਸਾਰਾ ਪੰਜਾਬ ਬਹੁਤ ਵੱਡਾ ਸੀਗਾ, ਪੰਜਾਬ ਦਾ ਬੜਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ। ਠੀਕ ਹੈ, ਸੋ ਜਦੋਂ ਅਸੀਂ ਕਰਦੇ ਹਾਂ 1947 ਦੇ ਪਹਿਲੇ ਦੀ ਪੰਜਾਬ ਦੀ ਗੱਲ ਕਰਦੇ ਹਾਂ ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਅਣਵੰਡਿਆ ਪੰਜਾਬ, ਅਣਵੰਡਿਆ ਪੰਜਾਬ, ਜਾਂ ਅਸੀਂ ਕਹਿ ਦਿੰਦੇ ਹਾਂ ਅਨਡਿਵਾਈਡਡ ਇੰਡੀਆ। ਇਹਦਾ ਮਤਲਬ ਇਹ ਹੈ ਕਿ ਜਿਹੜਾ ਮਿਲਖਾ ਸਿੰਘ ਦਾ ਜਨਮ ਹੈ ਉਹ ਪੰਜਾਬ ਵਾਲੇ ਪਾਸੇ ਦੇ, ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਦੀ ਪਾਰਟੀਸ਼ਨ, ਪਾਰਟੀਸ਼ਨ ਮਾਨੇ ਵੰਡ, ਦੋ ਹਿੱਸੇ ਕਰਨੇ। ਦੀ ਪਾਰਟੀਸ਼ਨ ਆਫ ਇੰਡੀਆ ਹੈਪਨਡ, ਹੋਇਆ, ਅਰਥਾਤ ਇੰਡੀਆ ਦੀ ਵੰਡ ਹੋਈ। ਦੀ ਪਾਰਟੀਸ਼ਨ ਆਫ ਇੰਡੀਆ ਹੈਪਨਡ, ਇੰਡੀਆ ਦੀ ਵੰਡ ਹੋਈ। ਵੈਨ, ਜਦੋਂ। ਹੀ ਵਾਜ਼, ਉਹ ਸੀ। ਸਟਿਲ, ਹਾਲੇ। ਅ ਟੀਨੇਜਰ,
ਟੀਨੇਜਰ ਬੱਚਿਓ ਮੈਂ ਇਹਦਾ ਪੰਜਾਬੀ 'ਚ ਕੋਈ ਇਹਦਾ ਅਸੀਂ ਅੱਖਰ ਨਹੀਂ ਵਰਤਦੇ, ਅਸੀਂ ਕਹਿ ਸਕਦੇ ਹਾਂ ਵੀ ਜਦੋਂ ਹਾਲੇ ਉਹ ਜਵਾਨ ਸੀ ਹੈ ਨਾ, ਜਾਂ ਚੜ੍ਹਦੀ ਜਵਾਨੀ 'ਚ ਸੀ, ਇਸ ਤਰ੍ਹਾਂ ਕਹਿ ਸਕਦੇ ਹਾਂ। ਪਰ ਟੀਨ ਏਜਰ ਦੀ ਅੱਖਰ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਹਦੀ ਵਿਆਖਿਆ ਦੱਸ ਦੇਵਾਂ। ਦੇਖੋ ਵੀਰ ਜੀ, ਜਿਹੜੇ ਅਸੀਂ ਅੰਗਰੇਜ਼ੀ 'ਚ ਗਿਣਤੀ ਗਿਣਦੇ ਹਾਂ, ਜਿੱਦਾਂ 9 10 11 12, 12 ਤੋਂ ਬਾਅਦ ਆ ਜਾਂਦਾ 13, ਉਹਨੂੰ ਅਸੀਂ ਲਿਖਦੇ ਹਾਂ THIRTEEN 13। ਫਿਰ 13 ਤੋਂ ਲੈ ਕੇ 14 15 16 17 18 19, ਫਿਰ ਆਉਂਦਾ 20। ਹੁਣ ਤੁਸੀਂ ਦੇਖੋ ਜਿਹੜਾ 13 ਤੋਂ ਸ਼ੁਰੂ ਹੋਏ ਕਿ 19 ਤੱਕ ਜਿਹੜੇ ਅਖੀਰਲੇ 4 ਅੱਖਰ ਨੇ ਉਹ ਆਉਂਦੇ ਨੇ ਟੀਨ, TEEN, 13 14 15 16। ਇਹਦਾ ਮਤਲਬ ਹੈ ਹੋਇਆ ਟੀਨਏਜਰ ਦਾ ਮਤਲਬ ਹੈ ਟੀਨ ਦੀ ਉਮਰ ਵਾਲਾ, ਅਰਥਾਤ ਜਿਹਦੀ ਉਮਰ 13 ਸਾਲ ਤੋਂ ਲੈ ਕੇ 19 ਸਾਲ ਤੱਕ ਹੋਵੇ, ਅਸੀਂ ਉਸ ਲੜਕੇ ਨੂੰ ਜਾਂ ਲੜਕੀ ਨੂੰ ਕਹਿ ਦਿੰਦੇ ਹਾਂ ਟੀਨਏਜਰ, ਅਰਥਾਤ ਟੀਨ ਦੀ ਉਮਰ ਵਾਲਾ। ਟੀਨ ਦੀ ਉਮਰ ਵਾਲਾ ਮਤਲਬ ਕਿ ਜਿਹੜੀ ਗਿਣਤੀ ਦੇ ਪਿੱਛੇ ਟੀਨ ਆਉਂਦਾ ਹੈ, 14 15, ਅਰਥਾਤ ਟੀਨਏਜਰ ਦਾ ਮਤਲਬ ਹੈਗਾ ਕਿ 13 ਸਾਲ ਤੋਂ ਲੈ ਕੇ 19 ਸਾਲ ਤੱਕ ਵਾਲਾ ਕੋਈ ਵੀ ਪ੍ਰਾਣੀ, ਮਤਲਬ ਪ੍ਰਾਣੀ ਇਨ ਦਾ ਸੈਂਸ ਕਿ ਬੰਦਿਆਂ ਲਈ ਯੂਜ਼ ਹੁੰਦਾ ਆਮ ਤੌਰ ਤੇ, ਠੀਕ ਹੈ ਨਾ। ਕੋਈ ਵੀ ਲੜਕੀ ਜਾਂ ਲੜਕਾ ਜਿਹਦੀ ਉਮਰ 13 ਸਾਲ ਤੋਂ ਲੈ ਕੇ 19 ਸਾਲ ਤੱਕ ਹੋਵੇ, ਅਸੀਂ ਉਹਨੂੰ ਕਹਿੰਦੇ ਹਾਂ ਟੀਨਏਜਰ। ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ, ਤੁਸੀਂ ਵੀਡੀਓ ਪੌਜ਼ ਕਰਕੇ ਇਸ ਗੱਲ ਨੂੰ ਨੋਟ ਕਰ ਲਓ, ਠੀਕ ਹੈ। ਹੀ ਵਿਟਨੈਸਡ, ਵਿਟਨੈਸ ਦਾ ਮਤਲਬ ਹੁੰਦਾ ਹੈ ਬੱਚਿਓ, ਜੇ ਨਾਮ ਹੋਵੇ ਤੇ ਮਤਲਬ ਹੈ ਗਵਾਹ, ਠੀਕ ਹੈ। ਤੇ ਟੂ ਵਿਟਨੈਸ ਮਤਲਬ ਅੱਖੀਂ ਰਾਹੀਂ ਦੇਖਣਾ, ਵਿਟਨੈਸ ਮੈਨੇ ਅੱਖਾਂ ਰਾਹੀਂ ਦੇਖਿਆ, ਉਹਨੇ ਉਹ ਗਵਾਹ ਸੀ ਇਸ ਗੱਲ ਦਾ। ਕਾਹਦਾ? ਦੀ ਕਿਲਿੰਗ ਆਫ ਹਿਸ ਪੇਰੈਂਟ, ਕਿਲਿੰਗ ਮੈਨੇ ਕਤਲ, ਮਾਰ ਦੇਣਾ, ਪੇਰੈਂਟਸ ਮੈਨੇ ਮਾਪੇ। ਵੰਡ ਵੇਲੇ ਜਦੋਂ ਵੰਡ ਹੋਈ, ਉਹ ਛੋਟਾ ਸੀ ਤੇ ਉਹਦੇ ਮਾਪੇ ਮਾਰੇ ਗਏ ਇਸ ਵੰਡ ਵਿੱਚ, ਜੋ ਉਸ ਵੇਲੇ ਲੜਾਈ ਝਗੜਾ ਹੋਇਆ। ਉਹਨੇ ਆਪਣੇ ਮਾਪਿਆਂ ਦਾ ਕਤਲ ਅੱਖੀਂ ਦੇਖਿਆ। ਅੱਖੀਂ ਦੇਖਿਆ ਦਾ ਮਤਲਬ ਹੈ ਵਿਟਨੈਸਡ, ਅਰਥਾਤ ਉਹ ਇਸ ਘਟਨਾ ਦਾ ਗਵਾਹ ਸੀ। ਗਵਾਹ ਕਦੋਂ? ਗਵਾਹ ਕੌਣ ਹੁੰਦਾ? ਜਿਸ ਨੂੰ ਕਹਿੰਦੇ ਚਸ਼ਮਦੀਦ ਗਵਾਹ। ਅੱਖੀਂ ਜਿਹਨੇ ਘਟਨਾ ਹੁੰਦੀ ਦੇਖੀ ਹੋਵੇ, ਅਸੀਂ ਉਹਨੂੰ ਕਹਿ ਦਿੰਦੇ ਹਾਂ ਉਹ ਬੰਦਾ ਹੈਗਾ ਵਿਟਨੈਸ। ਤੇ ਜਿਹੜੀ ਕਿਰਿਆ ਹੈ ਉਹਨੂੰ ਕਹਿੰਦੇ ਟੂ ਵਿਟਨੈਸ। ਹੀ ਵਿਟਨੈਸਡ, ਵਿਟਨੈਸਡ ਮੈਨੇ ਉਹਨੇ ਉਹ ਇਸ ਚੀਜ਼ ਦੇ ਬਤੌਰ ਗਵਾਹ ਭੁਗਤਿਆ, ਉਹਨੇ ਦੇਖਿਆ, ਆਪਣੇ ਅੱਖੀਂ ਦੇਖਿਆ ਕਿ ਕਿਲਿੰਗ ਆਫ ਹਿਸ ਪੇਰੈਂਟਸ, ਆਪਣੇ ਮਾਪਿਆਂ ਨੂੰ ਮਰਦੇ, ਆਪਣੇ ਮਾਪਿਆਂ ਦਾ ਕਤਲ ਹੁੰਦੇ, ਉਹਨੇ ਆਪਣੀ ਅੱਖੀਂ ਵੇਖਿਆ ਜਦੋਂ ਇਹ ਪੰਜਾਬ ਦੀ ਵੰਡ ਹੋਈ। ਠੀਕ ਹੈ ਬੱਚਿਓ, ਆਓ ਹੁਣ ਅੱਗੇ ਚਲੀਏ। ਕਹਿੰਦੇ ਦੀ ਲਾਸਟ ਵਰਡਸ, ਲਾਸਟ ਮੈਨੇ ਅਖੀਰਲੇ, ਵਰਡਸ ਮੈਨੇ ਸ਼ਬਦ, ਅਖੀਰਲੇ ਬੋਲ। ਦੀ ਲਾਸਟ ਵਰਡਸ ਉਹਨੇ ਅਖੀਰਲੇ ਬੋਲ ਆਫ ਹਿਸ ਫਾਦਰ, ਉਹਦੇ ਪਿਤਾ ਜੀ ਦੇ, ਵਰ ਸੀਗੇ, ਕਿਹੜੇ ਸੀਗੇ? ਭਾਗ ਮਿਲਖਾ ਭਾਗ, ਭੱਜ ਮਿਲਖਾ ਭੱਜ, ਠੀਕ ਹੈ ਨਾ। ਮੀਨਸ ਰਨ ਮਿਲਖਾ ਰਨ, ਮਿਲਖਾ ਦੌੜ, ਮਿਲਖਾ ਦੌੜ, ਵੀ ਤੂੰ ਦੌੜ ਜਾ ਇੱਥੋਂ ਦੀ, ਵੀ ਕਿਤੇ ਅਸੀਂ ਤੇ ਮਾਰੇ ਜਾ ਰਹੇ ਹਾਂ, ਵੀ ਕਿਤੇ ਤੂੰ ਵੀ ਮਾਰਿਆ ਨਾ ਜਾਵੇਂ। ਦਿਸ ਵਾਜ਼, ਇਹ ਸੀ, ਆ ਲਾਸਟ ਮਿਨਟ ਪਲੀ, ਲਾਸਟ ਮਿਨਟ ਮੈਨੇ ਅਖੀਰਲੀ, ਅੰਤਲੀ, ਪਲੀ ਮੈਨੇ ਹੁੰਦੀ ਹੈ ਤਰਲਾ, ਰਿਕੁਐਸਟ, ਜਾਚਨਾ। ਉਹਨੇ ਤਰਲੇ ਲਏ, ਉਹ ਵਿਚਾਰਾ ਮਾਪਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ, ਮਾਪਿਆਂ ਦੇ ਕੋਲ ਹੈਗਾ, ਮਾਪਿਆਂ ਦੇਖ ਕੇ ਰੋ ਰਿਹਾ ਹੈ ਨਾ। ਪਰ ਉਹਦੇ ਪਿਤਾ ਜੀ ਨੇ ਅਖੀਰਲੇ ਅੰਤਲੀ ਤਰਲਾ ਕੀਤਾ ਵੀ ਮਿਲਖਾ ਤੂੰ ਭੱਜ ਜਾ, ਤੂੰ ਭੱਜ ਜਾ। ਟੂ ਮਿਲਖਾ, ਟੂ ਰਨ ਅਵੇ, ਰਨ ਅਵੇ ਮੈਨੇ ਦੌੜ ਜਾ ਦੂਰ ਕਿਤੇ। ਐਂਡ ਸੇਵ ਹਿਜ਼ ਲਾਈਫ, ਸੇਵ ਮੈਨੇ ਬਚਾਉਣਾ, ਹਿਜ਼ ਮੈਨੇ ਆਪਣੀ, ਲਾਈਫ ਮੈਨੇ ਜ਼ਿੰਦਗੀ, ਤੇ ਆਪਣੀ ਜ਼ਿੰਦਗੀ ਬਚਾ ਲੈ, ਅਰਥਾਤ ਆਪਣੀ ਜਾਨ ਬਚਾਉਣ ਲਈ ਦੂਰ ਦੌੜ ਜਾਏ। ਇਹ ਕੀ ਸੀਗਾ? ਉਹਦੇ ਪਿਤਾ ਜੀ ਦਾ ਅੰਤਲਾ ਤਰਲਾ ਸੀ। ਉਹਨੇ ਮਰਦੇ ਮਰਦੇ ਉਹਦੇ ਪਿਤਾ ਨੇ ਤਰਲਾ ਲਿਆ ਕਿ ਮਿਲਖਾ ਤੂੰ ਦੌੜ ਜਾ, ਮਿਲਖਾ ਤੂੰ ਦੌੜ ਜਾ ਤੇ ਆਪਣੀ ਜਾਨ ਬਚਾ ਲੈ, ਠੀਕ ਹੈ। ਫਿਰ ਕਹਿੰਦੇ ਮਿਲਖਾਜ਼ ਸਕੂਲ, ਇਹ ਦੇਖੋ ਬੱਚੋ, ਹੁਣ ਫਿਰ ਆ ਗਿਆ ਨਾ ਇਹ ਅਪੋਸਟ੍ਰੋਫੀ। ਹੁਣ ਮਿਲਖਾਜ਼ ਸਕੂਲ ਦਾ ਕੀ ਹੋਏਗਾ? ਮਿਲਖਾ ਦਾ ਸਕੂਲ, ਜਿਵੇਂ ਕਹਿੰਦੇ ਨਾ ਇੰਡੀਆਜ਼ ਗ੍ਰੇਟੈਸਟ ਪਰਸਨੈਲਿਟੀਜ਼, ਹੈਗਾ ਮਿਲਖਾਜ਼ ਸਕੂਲ। ਮਿਲਖਾਜ਼ ਸਕੂਲ ਦਾ ਮਤਲਬ ਕਿ ਜੇ ਇਹਨੂੰ ਹਟਾਉਣਾ ਹੋਵੇ ਪੰਜਾਬੀ ਚੋਂ, ਮਤਲਬ ਪੰਜਾਬੀ ਦਾ ਤਰਜਮਾ ਕਰਨਾ ਹੋਵੇ ਤਾਂ ਇਹਦਾ ਮਤਲਬ ਹੋ ਜਾਏਗਾ ਮਿਲਖਾ ਦਾ ਸਕੂਲ ਵਾਜ਼ ਐਟ ਸੀ ਐਟ ਆ ਡਿਸਟੈਂਸ, ਦੂਰੀ ਤੇ, ਕਿੰਨੀ? 10 ਕਿਲੋਮੀਟਰ ਦੀ ਦੂਰੀ ਤੇ। ਡਿਸਟੈਂਸ ਮੈਨੇ ਦੂਰੀ। ਮਿਲਖਾ ਦਾ ਸਕੂਲ 10 ਕਿਲੋਮੀਟਰ ਦੀ ਦੂਰੀ ਤੇ ਸੀ, ਕਿੱਥੋਂ ਦੀ? ਫਰੋਮ ਹਿਜ਼ ਹੋਮ, ਉਹਦੇ ਘਰ ਤੋਂ। ਹੋਮ ਮੈਨੇ ਘਰ, ਫਰੋਮ ਮੈਨੇ ਤੋਂ। ਮਿਲਖਾ ਦਾ ਸਕੂਲ ਉਹਦੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸੀ। ਹੀ ਹੈਡ ਦੀ ਹੈਬਿਟ, ਉਹਨੂੰ ਇਹ ਆਦਤ ਸੀ। ਹੀ ਹੈਡ ਦੀ ਹੈਬਿਟ, ਹੈਬਿਟ ਮੈਨੇ ਆਦਤ, ਉਹਨੂੰ ਇਹ ਆਦਤ ਸੀ। ਆਫ ਰਨਿੰਗ, ਦੌੜ ਕੇ ਜਾਣ ਦੀ। ਟੂ ਕਵਰ ਦਿਸ ਡਿਸਟੈਂਸ ਐਵਰੀ ਡੇ, ਅਰਥਾਤ ਇਹ ਦੂਰੀ ਰੋਜ਼ ਦੌੜ ਕੇ ਤੈਅ ਕਰਨ ਦੀ ਉਹਨੂੰ ਆਦਤ ਸੀ।
ਕਿਹੜੀ ਦੂਰੀ? ਘਰ ਤੋਂ ਸਕੂਲ ਤੱਕ ਦੀ। ਤੇ ਉਹ ਕਿੰਨੀ ਸੀ? 10 ਕਿਲੋਮੀਟਰ। ਹੁਣ ਬੱਚਿਓ ਦੇਖੋ ਅਸੀਂ ਕਿਹੜੇ ਜ਼ਮਾਨੇ 'ਚ ਰਹਿ ਰਹੇ ਹਾਂ? ਅਸੀਂ ਰਹਿ ਰਹੇ ਹਾਂ 2020 'ਚ। ਅੱਜ ਕੱਲ੍ਹ ਦੇ ਨਿਆਣੇ ਨੂੰ ਕਹੋ ਨਾ, ਚੱਲ ਯਾਰ ਮਾੜਾ ਜਿਹਾ ਉੱਥੇ ਆਪਣੇ ਪਿੰਡ ਦੇ ਬਾਹਰ ਜਿਹੜਾ ਕਸਬਾ ਹੈ ਉਹ 1 ਕਿਲੋਮੀਟਰ ਦੀ ਦੂਰੀ ਹੈ, ਜਾ ਕੇ ਇਹ ਫਲਾਨੀ ਚੀਜ਼ ਲੈ ਆਏ। ਲੈ ਮੈਂ ਤੁਰ ਕੇ ਜਾਵਾਂਗਾ, ਬਾਹਰ ਤੇ ਧੁੱਪ ਬੜੀ ਹੈਗੀ ਏ, ਮੈਂ ਤੇ ਥੱਕ ਜਾਵਾਂਗਾ, ਹੈ ਨਾ। ਦੌੜਨਾ ਤੇ ਬੜੀ ਦੂਰ, ਅੱਜ ਕੱਲ੍ਹ ਅਸੀਂ ਤੁਰਨਾ ਵੀ ਨਹੀਂ ਚਾਹੁੰਦੇ। ਅਸੀਂ ਇੰਨੇ ਬੜੀ ਕੂਲੇ ਹੋ ਗਏ ਹਾਂ, ਅਸੀਂ ਇੰਨੇ ਆਰਾਮ ਪ੍ਰਸਤ ਹੋ ਗਏ ਹਾਂ, ਤਾਂ ਹੀ ਸਾਨੂੰ ਬਿਮਾਰੀਆਂ ਨੇ ਘੇਰ ਲਿਆ। ਇਸੇ ਕਰਕੇ ਸਾਡੀਆਂ ਹੱਡੀਆਂ ਕਮਜ਼ੋਰ ਨੇ। ਇਸੇ ਕਰਕੇ ਸਾਡੇ ਪੰਜਾਬ 'ਚ ਹੁਣ ਕੋਈ ਨਵਾਂ ਦਾਰਾ ਸਿੰਘ ਜਾਂ ਨਵਾਂ ਖਿਡਾਰੀ ਪੈਦਾ ਨਹੀਂ ਹੋ ਰਿਹਾ। ਸੋ ਪਿਆਰੇ ਬੱਚਿਓ, ਧੁੱਪ ਤੋਂ ਜਾਣ 'ਚੋਂ ਘਬਰਾਉਣਾ ਨਹੀਂ ਚਾਹੀਦਾ, ਪਸੀਨੇ ਤੋਂ ਘਬਰਾਉਣਾ ਨਹੀਂ ਚਾਹੀਦਾ, ਕੰਮ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ। ਹੁਣ ਦੇਖੋ ਇੱਧਰੋਂ ਪਤਾ ਲੱਗੇਗਾ ਕਿ ਬਚਪਨ ਵਿੱਚ ਜਿਹੜੀ ਉਹਨੇ ਮੁਸ਼ੱਕਤ ਕੀਤੀ ਉਹਦੇ ਕਰਕੇ ਹੀ ਵਧੀਆ ਖਿਡਾਰੀ ਬਣਿਆ। ਉਹ ਦੇਖੋ, ਹੀ ਹੈਡ ਦੀ ਹੈਬਿਟ ਆਫ ਰਨਿੰਗ ਟੂ ਕਵਰ ਮੈਨੇ ਤੈਅ ਕਰਨੀ ਦਿਸ ਡਿਸਟੈਂਸ, ਇਹ ਦੂਰੀ ਐਵਰੀ ਡੇ, ਇਹ ਦੂਰੀ ਰੋਜ਼ ਦੌੜ ਕੇ ਤੈਅ ਕਰਨ ਦੀ ਉਹਨੂੰ ਆਦਤ ਸੀ। ਬੱਲੇ ਬੱਲੇ ਬੱਲੇ, ਕਮਾਲ ਹੈ ਵਾਹ। ਦੇਖੋ ਬੱਚਿਓ, ਆਪਣੇ ਘਰ ਤੋਂ ਸਵੇਰੇ ਜਾਂਦਾ ਹੋਣਾ ਸਕੂਲ ਤੱਕ 10 ਕਿਲੋਮੀਟਰ, ਫਿਰ ਜਿਹੜੇ ਸਕੂਲ ਦੀ ਛੁੱਟੀ ਹੁੰਦੀ ਹੋਣੀ ਫਿਰ ਆਉਂਦਾ ਹੋਣਾ ਵਾਪਸ। ਮਤਲਬ ਕਿ ਜੇ ਇੱਕ ਪਾਸਾ ਵੀ ਕਹਿ ਲਈਏ ਦੌੜਿਆ ਤੇ ਫਿਰ ਘੱਟ ਤੋਂ ਘੱਟ 10 ਕਿਲੋਮੀਟਰ ਰੋਜ਼ ਉੱਦਾਂ ਹੀ ਸਹਿਜ ਸੁਭਾਅ ਦੌੜ ਲੈਂਦਾ ਸੀਗਾ। ਤੇ ਉਹਦੀ ਤੇ ਪ੍ਰੈਕਟਿਸ ਆਪਣੇ ਆਪ ਹੋ ਗਈ, ਉਹਦਾ ਅਭਿਆਸ ਤੇ ਆਪ ਹੀ ਹੋ ਗਿਆ, ਹੈ ਨਾ। ਕਹਿੰਦੇ ਦਿਸ ਹੈਬਿਟ, ਇਹ ਆਦਤ, ਹੈਲਪਡ ਹਿਮ, ਇਸ ਆਦਤ ਨੇ ਉਹਦੀ ਮਦਦ ਕੀਤੀ, ਟੂ ਬਿਕਮ, ਬਣਨ ਲਈ, ਆ ਗੁੱਡ ਰਨਰ, ਇੱਕ ਚੰਗਾ ਦੌੜਾਕ ਬਣਨ ਵਿੱਚ ਮਦਦ ਕੀਤੀ। ਦੇਖੋ, ਇਸ ਆਦਤ ਨੇ ਉਸ ਨੂੰ ਵਧੀਆ ਦੌੜਾਕ ਬਣਨ 'ਚ ਮਦਦ ਕੀਤੀ, ਕਿਉਂਕਿ ਉਹਦਾ ਸਹਿਜ ਸੁਭਾਅ ਆਮ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕੁਦਰਤੀ ਤੌਰ 'ਤੇ ਹੀ ਉਹਦਾ ਅਭਿਆਸ ਹੁੰਦਾ ਗਿਆ, ਅਤੇ ਉਹਦੀ ਇਸ ਆਦਤ ਨੇ ਉਸ ਨੂੰ ਵਧੀਆ ਦੌੜਾਕ ਬਣਨ ਵਿੱਚ ਮਦਦ ਕੀਤੀ। ਪਿਆਰੇ ਬੱਚਿਓ, ਇਹਦੇ ਰਾਹੀਂ ਇਹ ਵੀ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ ਤੇ ਉਹ ਅਨੁਸ਼ਾਸਨ ਤੋਂ ਬਿਨਾਂ, ਅਭਿਆਸ ਤੋਂ ਬਿਨਾਂ, ਮਿਹਨਤ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੋ ਪਿਆਰੇ ਬੱਚਿਓ, ਦੇਖੋ ਬੜੀ ਵਧੀਆ ਵਧੀਆ ਗੱਲਾਂ ਨੇ। ਇਹ ਕਹਾਣੀ ਅਸੀਂ ਸਿਰਫ ਪੜ੍ਹਨੀ ਨਹੀਂ ਹੈਗੀ, ਇਹਦੇ ਬਾਰੇ ਸੋਚਣਾ ਵਿਚਾਰਨਾ ਵੀ ਹੈ। ਇੱਧਰੋਂ ਦੇਖੋ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਹ ਖਿਡਾਰੀ ਐਵੇਂ ਨਹੀਂ ਬਣ ਗਿਆ, ਉਹਨੇ ਕਿਤੇ ਬਾਬੇ ਤੋਂ ਤਵੀਤ ਨਹੀਂ ਲਿਆ, ਜਾਂ ਉਹਨੇ ਕਿਤੇ ਮੜੀ 'ਤੇ ਜਾ ਕੇ ਕੁਛ ਉਹਨੇ ਉਹ ਐਵੇਂ ਕੋਈ ਹੋਰ ਕੁਛ ਖੀਰ ਖੂਰ ਨਹੀਂ ਚੜਾਈ, ਉਹਨੇ ਉਹਦੇ ਲਈ ਮਿਹਨਤ ਕੀਤੀ ਹੈ। ਸੋ ਅਸੀਂ ਜੇ ਕੁਛ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਪਿਆਰੇ ਬੱਚਿਓ ਜ਼ਿੰਦਗੀ ਵਿੱਚ ਕੁਛ ਡੈਡੀਕੇਸ਼ਨ ਦੇ ਨਾਲ, ਮਿਹਨਤ ਦੇ ਨਾਲ, ਅਨੁਸ਼ਾਸਨ ਦੇ ਨਾਲ ਕੁਛ ਕਰਨਾ ਪਏਗਾ, ਠੀਕ ਹੈ। ਸੋ ਆਓ ਹੁਣ ਅੱਗੇ ਚਲੀਏ। ਆਫਟਰ ਪਾਰਟੀਸ਼ਨ, ਵੰਡ ਮਗਰੋਂ, ਜਦੋਂ ਵੰਡ ਹੋ ਗਈ 1947 'ਚ 15 ਅਗਸਤ ਨੂੰ, ਹੈ ਨਾ। ਆਫਟਰ ਪਾਰਟੀਸ਼ਨ ਹੀ ਕੇਮ ਟੂ ਇੰਡੀਆ, ਉਹ ਇੰਡੀਆ ਆਇਆ। ਕਿਹਦੇ ਨਾਲ? ਵਿਦ ਹਿਜ਼ ਐਲਡਰ ਸਿਸਟਰ, ਸਿਸਟਰ ਹੁੰਦੀ ਹੈ ਭੈਣ, ਐਲਡਰ ਹੁੰਦੀ ਹੈ ਵੱਡੀ ਭੈਣ। ਐਲਡਰ ਹੋ ਗਈ ਵੱਡਾ, ਐਲਡਰ ਬ੍ਰਦਰ ਵੱਡਾ ਭਰਾ, ਐਲਡਰ ਸਿਸਟਰ ਵੱਡੀ ਭੈਣ। ਉਹ ਵੰਡ ਮਗਰੋਂ ਇੰਡੀਆ ਆਇਆ ਆਪਣੀ ਵੱਡੀ ਭੈਣ ਦੇ ਨਾਲ, ਆਪਣੀ ਵੱਡੀ ਭੈਣ ਦੇ ਨਾਲ ਵੰਡ ਮਗਰੋਂ ਇੰਡੀਆ ਆਇਆ। ਲੇਟਰ ਔਨ, ਉਸ ਤੋਂ ਬਾਅਦ, ਮਗਰੋਂ, ਹੀ ਟਰਾਈਡ, ਉਹਨੇ ਯਤਨ ਕੀਤਾ, ਟੂ ਜੁਆਇਨ ਦਾ ਆਰਮੀ, ਆਰਮੀ ਜੁਆਇਨ ਕਰਨ ਵਾਸਤੇ, ਅਰਥਾਤ ਮਗਰੋਂ ਉਹ ਫੌਜ 'ਚ ਭਰਤੀ ਹੋਣ ਦਾ ਯਤਨ ਕੀਤਾ। ਇੱਥੇ ਬੱਚੋ ਸੈਂਟੈਂਸਿਸ ਮੇਰੇ ਕੋਲ ਥੋੜ੍ਹੀ ਗਲਤੀ ਹੋ ਗਈ ਹੈ। ਮਗਰੋਂ ਉਹਨੇ ਆਉਣਾ ਸੀਗਾ, ਉਹਨੇ, ਇੱਥੇ ਨੰਨੇ ਨੂੰ ਲਾਮ ਆਏਗੀ, ਮੇਰੇ ਕੋਲ ਗਲਤੀ ਹੋ ਗਈ, ਅਤੇ ਊੜੇ ਨੂੰ ਹੋੜਾ ਨਹੀਂ ਆਏਗਾ, ਊੜੇ ਨੂੰ ਔਂਕੜ ਆਏਗਾ, ਉਹਨੇ, ਮੇਰਾ ਖਿਆਲ, ਠੀਕ ਹੈ ਨਾ। ਉਹਨੇ ਫੌਜ 'ਚ ਭਰਤੀ ਹੋਣ ਦਾ ਯਤਨ ਕੀਤਾ, ਠੀਕ ਹੈ। ਇਹ ਥੋੜ੍ਹੀ ਜਿਹੀ ਗਲਤੀ ਬੱਚੋ ਤੁਸੀਂ ਸੁਧਾਈ ਕਰ ਲੈਣਾ ਹੁਣ ਹੈ। ਹੀ ਗੋਟ ਸਿਲੈਕਟਡ, ਉਹ ਚੁਣਿਆ ਗਿਆ, ਉਹਦੀ ਚੋਣ ਹੋ ਗਈ, ਸਿਲੈਕਟ ਹੋ ਗਿਆ। ਇਨ ਹਿਜ਼ 4th ਅਟੈਂਪਟ, ਚੌਥੇ ਯਤਨ ਵਿੱਚ। ਹੁਣ ਦੇਖ ਲਓ ਬੱਚਿਓ, ਇੱਧਰੋਂ ਵੀ ਸਾਨੂੰ ਕੀ ਸਬਕ ਮਿਲਦਾ ਹੈ? ਯਾਨੀ ਪਹਿਲੇ ਸਬਕ 'ਚੋਂ ਰਿਜੈਕਟ ਹੋ ਗਿਆ। ਹਾਲਾਂਕਿ ਦੇਖੋ ਉਹ ਘਰ ਤੋਂ ਸਕੂਲ ਰੋਜ਼ ਦੌੜਦਾ ਵੀ ਸੀਗਾ। ਪਹਿਲੇ ਯਤਨ ਵਿੱਚ ਅਟੈਂਪਟ ਹੁੰਦੀ ਹੈ ਕੋਸ਼ਿਸ਼, ਯਤਨ। 4th ਮੈਨੇ ਚੌਥਾ ਯਤਨ, 4th ਅਟੈਂਪਟ ਦਾ ਮਤਲਬ ਹੋ ਗਿਆ ਚੌਥਾ ਯਤਨ, ਅਰਥਾਤ ਪਹਿਲੇ ਯਤਨ 'ਚ ਰਿਜੈਕਟ ਹੋ ਗਿਆ। ਉਹ ਮਾਯੂਸ ਨਹੀਂ ਹੋਇਆ, ਉਹ ਡਿਪਰੈਸ਼ਨ 'ਚ ਨਹੀਂ ਗਿਆ, ਉਹਨੇ ਇਹ ਨਹੀਂ ਕਿਹਾ ਮੈਂ ਗੋਲੀਆਂ ਖਾ ਲੈਣੀਆਂ, ਹੈ ਨਾ। ਫਿਰ ਦੂਜੇ 'ਚ ਵੀ ਰਿਜੈਕਟ ਹੋ ਗਿਆ, ਤੀਜੇ 'ਚ ਵੀ ਰਿਜੈਕਟ ਹੋ ਗਿਆ, ਅਤੇ ਚੌਥੀ ਕੋਸ਼ਿਸ਼ ਵਿੱਚ ਚੁਣਿਆ ਗਿਆ। ਹੁਣ ਬੱਚਿਓ ਦੇਖੋ ਨਾਲ ਦੇ ਨਾਲ ਸੋਚੀ ਜਾਓ। ਇੱਧਰੋਂ ਇਹ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਅਗਰ ਸਾਨੂੰ ਕਿਸੇ ਪੜਾਅ 'ਤੇ ਕੋਈ ਧੱਕਾ ਲੱਗਦਾ ਹੈ, ਕੋਈ ਔਖ ਆਉਂਦੀ ਹੈ, ਕੋਈ ਮੁਸ਼ਕਿਲ ਆਉਂਦੀ ਹੈ, ਜਾਂ ਅਸੀਂ ਫੇਲ ਹੋ ਜਾਂਦੇ ਹਾਂ, ਅਸੀਂ ਕਾਮਯਾਬ ਨਹੀਂ ਹੁੰਦੇ, ਅਤੇ ਉਹ ਤੋਂ ਘਬਰਾਉਣਾ ਨਹੀਂ। ਇੱਕ ਵਾਰ ਹਾਰੇ, ਦੂਜੀ ਵਾਰ ਫਿਰ ਕੋਸ਼ਿਸ਼ ਕਰੋ, ਦੂਜੀ ਵਾਰ ਗੱਲ ਨਹੀਂ ਬਣੀ, ਤੀਜੀ ਵਾਰ ਕੋਸ਼ਿਸ਼ ਕਰੋ, ਤੀਜੀ ਵਾਰ ਗੱਲ ਨਹੀਂ ਬਣੀ, ਚੌਥੀ ਵਾਰ ਕੋਸ਼ਿਸ਼ ਕਰੋ, ਫਿਰ ਅਸੀਂ ਕਾਮਯਾਬ ਹੋ ਜਾਵਾਂਗੇ। ਐਵੇਂ ਨਹੀਂ ਕਿ ਢੇਰੀ ਢਾਹ ਕੇ ਬਹਿ ਗਏ, ਮੈਂ ਹੁਣ ਗੋਲੀਆਂ ਖਾ ਲੈਣੀਆਂ, ਮੈਂ ਹੁਣ ਇਹ ਨਹੀਂ ਕਰਨਾ, ਮੈਂ ਹੁਣ ਇਹ ਨਹੀਂ ਕਰਨਾ, ਮੈਂ ਪੰਜਾਬ 'ਚ ਨਹੀਂ ਰਹਿਣਾ, ਮੈਂ ਬਾਹਰ ਚਲ ਜਾਣਾ ਹੈ ਨਾ। ਸਾਡੇ ਬੰਦੇ ਤਾਂ ਇੱਦਾਂ ਕਰਨ ਲੱਗ ਗਏ ਨੇ ਅੱਜ ਕੱਲ੍ਹ ਦੇ ਕੰਮ। ਸੋ ਅਸੀਂ ਇੱਦਾਂ ਦੀ ਜਿਹੜੀ ਸੋਚ ਹੈ ਬੱਚਿਓ, ਇਹ 'ਚੋਂ ਬਚਣਾ ਹੈ।
ਸੋ ਇਹ ਜਿਹੜੇ ਸਬਕ ਨੇ, ਇਹ ਲੈਸਨ ਪੜ੍ਹ ਕੇ ਅਸੀਂ ਇੱਦਾਂ ਦੀ ਆਪਣੀ ਸੋਚ ਨੂੰ ਡਿਵੈਲਪ ਕਰਨਾ ਹੈ, ਵਿਕਸਿਤ ਕਰਨਾ ਹੈ। ਹੁਣ ਦੇਖੋ ਨਿੱਕੀ ਨਿੱਕੀ ਗੱਲਾਂ ਤੁਸੀਂ ਇਹ ਕਹਾਣੀ ਚੋਂ, ਇਸ ਲੈਸਨ ਚੋਂ ਅਸੀਂ ਸਿੱਖਣੀਆਂ ਹੈ। ਇਧਰੋਂ ਪਤਾ ਲੱਗਦਾ ਮਿਲਖਾ ਸਿੰਘ ਵਰਗਾ ਬੰਦਾ ਵੀ ਜਿਹੜਾ ਇੰਨਾ ਮਸ਼ਹੂਰ ਹੈ, ਉਹ ਦੇਖੋ ਉਹ ਫੌਜ 'ਚ ਭਰਤੀ ਪਹਿਲੀ ਵਾਰ 'ਚ ਨਹੀਂ ਹੋ ਗਿਆ ਕਿਤੇ, ਉਹਨਾਂ ਨੇ ਨਹੀਂ ਕਿਹਾ ਆਓ ਜੀ ਆਇਆਂ ਨੂੰ, ਤੁਹਾਨੂੰ ਅਸੀਂ ਭਰਤੀ ਕਰ ਲੈਂਦੇ ਹਾਂ। ਇਹਦਾ ਨਾ ਪਹਿਲੇ ਟੈਸਟ ਵਿੱਚ ਫੇਲ ਹੋਇਆ, ਦੂਜੇ 'ਚ ਫੇਲ ਹੋਇਆ, ਤੀਜੇ 'ਚ ਫੇਲ ਹੋਇਆ, ਚੌਥੀ ਵਾਰ ਉਹ ਫੇਰ ਕਾਮਯਾਬ ਹੋ ਗਿਆ। ਠੀਕ ਹੈ, ਇਨ 1951, ਤੇ ਉਹ ਗੱਲ ਹੈਗੀ 1951 ਦੀ। ਐਂਡ ਵਾਜ਼ ਇੰਟਰੋਡਿਊਸ ਟੂ ਐਥਲੈਟਿਕਸ, ਤੇ ਜਿਹੜੇ ਫੌਜ 'ਚ ਭਰਤੀ ਹੋ ਗਿਆ ਉਸ ਦਾ ਖੇਡਾਂ 'ਚ ਪ੍ਰਵੇਸ਼ ਕਰਾਇਆ ਗਿਆ। ਇੰਟਰੋਡਿਊਸ ਮੈਨੇ ਉਹਨੂੰ ਉਹ 'ਚ ਸ਼ੁਰੂਆਤ ਕਰਾਈ ਗਈ ਵੀ ਤੂੰ, ਉਹਨਾਂ ਨੇ ਦੇਖ ਲਿਆ, ਕਿਉਂਕਿ ਹਰ ਬੱਚੇ ਉਹ ਫੌਜ ਵਿੱਚ ਵੀ ਕਈ ਡਿਪਾਰਟਮੈਂਟਾਂ ਹੁੰਦੀਆਂ, ਫੌਜ ਵਿੱਚ ਡਾਕਟਰ ਵੀ ਜਾਂਦੇ ਨੇ, ਇੰਜੀਨੀਅਰ ਵੀ ਜਾਂਦੇ ਨੇ, ਹੈ ਨਾ, ਪ੍ਰੋਫੈਸਰ ਵੀ ਜਾਂਦੇ ਨੇ, ਹਰ ਤਰ੍ਹਾਂ ਦੇ ਬੰਦੇ ਜਾਂਦੇ ਨੇ। ਤੇ ਉਹਨਾਂ ਨੇ ਦੇਖਿਆ ਵੀ ਇਹ ਬੰਦਾ ਦੌੜਨ 'ਚ ਬੜਾ ਵਧੀਆ ਹੈ ਤੇ ਇਹ ਫੌਜ ਦਾ ਨਾਮ ਉੱਚਾ ਕਰੇਗਾ, ਫੌਜ ਦੀ ਨੁਮਾਇੰਦਗੀ ਕਰੇਗਾ। ਸੋ ਹੀ ਵਾਜ਼ ਇੰਟਰੋਡਿਊਸ ਟੂ ਐਥਲੈਟਿਕਸ, ਉਹਦਾ ਖੇਡਾਂ 'ਚ ਪ੍ਰਵੇਸ਼ ਕਰਾਇਆ ਗਿਆ। ਠੀਕ ਹੈ, ਫਿਰ ਮਿਲਖਾ ਸਿੰਘ ਹੈਜ਼ ਮੇਡ ਹਿਜ਼ ਮਦਰਲੈਂਡ ਪ੍ਰਾਊਡ, ਉਹਨੇ ਦੇਸ਼ ਦਾ ਮਾਣ ਵਧਾਇਆ ਹੈ। ਮਿਲਖਾ ਸਿੰਘ ਨੇ, ਹੈ ਟੂ ਮੇਕ ਵਨ ਪ੍ਰਾਊਡ ਹੁੰਦਾ ਹੈ ਮਾਣ ਵਧਾਣਾ। ਜਿੱਦਾਂ ਮੈਂ ਕਹਾਂ ਮਨਜੋਤ ਸਿੰਘ ਹੈਜ਼ ਸਟੁੱਡ ਫਸਟ ਇਨ ਹਿਜ਼ ਕਲਾਸ, ਹੀ ਹੈਜ਼ ਮੇਡ ਹਿਜ਼ ਸਕੂਲ ਪ੍ਰਾਊਡ, ਉਹਨੇ ਆਪਣੇ ਸਕੂਲ ਦਾ ਮਾਣ ਵਧਾਇਆ ਹੈ। ਹੀ ਹੈਜ਼ ਮੇਡ ਹਿਜ਼ ਟੀਚਰਸ ਪ੍ਰਾਊਡ, ਉਹਨੇ ਆਪਣੇ ਉਸਤਾਦਾਂ ਦਾ ਮਾਣ ਵਧਾਇਆ ਹੈ। ਹੀ ਹੈਜ਼ ਮੇਡ ਹਿਜ਼ ਪੇਰੈਂਟਸ ਪ੍ਰਾਊਡ, ਉਹਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਸੋ ਤੁਸੀਂ ਇਹ ਬੱਚੇ ਹੁਣ ਇਹ ਫਰੇਜ਼ ਨੋਟ ਕਰ ਲਓ, ਟੂ ਮੇਕ ਵਨ ਪ੍ਰਾਊਡ। ਠੀਕ ਹੈ, ਟੂ ਮੇਕ ਸਮਬਡੀ ਪ੍ਰਾਊਡ, ਇਹਦਾ ਉਹਦਾ ਮਾਣ ਵਧਾਣਾ। ਸੋ ਮਿਲਖਾ ਸਿੰਘ ਹੈਜ਼ ਮੇਡ ਹਿਜ਼ ਮਦਰਲੈਂਡ ਪ੍ਰਾਊਡ, ਸਾਡੀ ਜਿਹੜੀ ਮਾਂ ਭੂਮੀ ਹੈ, ਸਾਡਾ ਦੇਸ਼ ਜਿਹੜਾ ਹੈ, ਉਹਦਾ ਉਹਨੇ ਮਾਣ ਵਧਾਇਆ ਹੈ। ਕਿੱਦਾਂ ਵਧਾਇਆ ਹੈ? ਬਾਏ ਵਿਨਿੰਗ, ਜਿੱਤ ਕੇ। ਵਿਨਿੰਗ ਮੈਨੇ ਜਿੱਤ ਕੇ, ਸੈਵਰਲ ਮੈਨੇ ਕਈ ਸਾਰੇ, ਇੱਕ ਅੱਧਾ ਨਹੀਂ ਕਈ ਸਾਰੇ, ਗੋਲਡ ਮੈਡਲਸ, ਕਈ ਸੋਨ ਤਮਗੇ ਜਿੱਤ ਕੇ ਉਹਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ। ਤੇ ਕਿੱਥੇ, ਕਿਹੜੀਆਂ, ਕੋਈ ਦੇਸ਼ ਦੀਆਂ ਨਹੀਂ ਬੱਚਿਓ, ਇਨ ਦੀ ਇੰਟਰਨੈਸ਼ਨਲ ਸਪੋਰਟਸ ਇਵੈਂਟਸ, ਅੰਤਰਰਾਸ਼ਟਰੀ, ਜਿਹਦੇ 'ਚ ਦੇਸ਼ਾਂ ਦੇ ਇੱਕ ਦੂਜੇ ਨਾਲ ਮੁਕਾਬਲੇ ਹੁੰਦੇ ਨੇ, ਉਹ ਵਾਲੀ ਖੇਡਾਂ ਦੀਆਂ ਜਿਹੜੀਆਂ ਈਵੈਂਟਸ ਹੈਗੀਆਂ ਨੇ, ਉਹ ਖੇਡਾਂ ਦੇ ਜਿਹੜੇ ਪ੍ਰੋਗਰਾਮ ਨੇ, ਉਹਨਾਂ ਵਿੱਚ ਉਹਨੇ ਗੋਲਡ ਮੈਡਲ ਜਿੱਤ ਕੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ। ਕਹਿੰਦੇ ਹੀ ਰਿਪਰੈਜ਼ੈਂਟਡ, ਉਹਨੇ ਨੁਮਾਇੰਦਗੀ ਕੀਤੀ, ਅਰਥਾਤ ਇੰਡੀਆ ਵੱਲੋਂ ਚੁਣਿਆ ਗਿਆ। ਕਿੱਥੇ? ਇਨ 1956 ਓਲੰਪਿਕ ਗੇਮਸ, 1956 ਦੀਆਂ ਜਿਹੜੀਆਂ ਓਲੰਪਿਕ ਦੀ ਖੇਡਾਂ ਹੋਈਆਂ, ਉਹਦੇ ਵਿੱਚ ਉਹਨੇ ਐਥਲੈਟਿਕਸ ਵਿੱਚ ਆਪਣੇ ਦੇਸ਼ ਦੀ, ਭਾਰਤ ਦੀ, ਇੰਡੀਆ ਦੀ ਉਹਨੇ ਨੁਮਾਇੰਦਗੀ ਕੀਤੀ। ਅਰਥਾਤ ਇੰਡੀਆ ਵੱਲੋਂ ਜਿਹੜੇ ਖਿਡਾਰੀ ਭੇਜੇ ਜਾਂਦੇ ਨੇ, ਉਹਨਾਂ ਵਿੱਚੋਂ ਉਹ ਐਥਲੈਟਿਕਸ ਵਿੱਚ ਮਿਲਖਾ ਸਿੰਘ ਵੀ ਜੀ ਉਹਦੇ ਵਿੱਚ ਸੀਗਾ। ਠੀਕ ਹੈ, ਉਹਨੇ ਹਿੱਸਾ ਲਿਆ ਇੰਡੀਆ ਵੱਲੋਂ। ਆਓ ਅੱਗੇ ਚਲੀਏ। ਕਹਿੰਦੇ ਇਨ ਦੀ ਨੈਸ਼ਨਲ ਗੇਮਸ, ਹੁਣ ਨੈਸ਼ਨਲ ਗੇਮ ਦੀ ਗੱਲ ਕਰ ਲਈ, ਜਿਹੜੀ ਇੰਡੀਆ ਵਿੱਚ ਵਿਦ ਇਨ ਇੰਡੀਆ ਸੂਬਿਆਂ ਦੀਆਂ ਹੁੰਦੀਆਂ, ਜਿੱਦਾਂ ਕੇਰਲਾ ਦੀ ਪੰਜਾਬ ਨਾਲ ਹੋ ਗਈ, ਹੈ ਨਾ, ਯੂਪੀ ਦੀ ਆਪਣਾ ਹਿਮਾਚਲ ਵਾਲਿਆਂ ਨਾਲ ਹੋ ਗਈ, ਇੱਦਾਂ ਦੇ ਸਟੇਟਾਂ ਦੇ ਵੀ ਮੈਚ ਹੁੰਦੇ ਨੇ, ਯੂਨੀਅਨ ਟੈਰੀਟਰੀ ਦੇ ਮੈਚ ਵੀ ਹੁੰਦੇ ਨੇ, ਨੈਸ਼ਨਲ ਖੇਡਾਂ ਹੁੰਦੀਆਂ। ਇਨ ਦੀ ਨੈਸ਼ਨਲ ਗੇਮਸ ਆਫ ਇੰਡੀਆ ਹੀ ਸੈਟ ਨੈਸ਼ਨਲ ਰਿਕਾਰਡਸ ਫॉर ਦੀ 200 ਮੀਟਰ ਐਂਡ 400 ਮੀਟਰ। ਉਹਨੇ ਇੰਡੀਆ ਦੀਆਂ ਜਿਹੜੀਆਂ ਖੇਡਾਂ ਨੇ, ਦੇਸ਼ ਦੀਆਂ ਖੇਡਾਂ ਨੇ, ਉਹਦੇ ਵਿੱਚ ਉਹਨੇ 200 ਮੀਟਰ ਦੀ ਦੌੜ ਅਤੇ 400 ਮੀਟਰ ਦੀ ਦੌੜ ਵਿੱਚ ਉਹਨੇ ਰਿਕਾਰਡ ਬਣਾਏ, ਨਵੇਂ ਕੀਰਤੀਮਾਨ ਸਥਾਪਿਤ ਕੀਤੇ, ਨਵੇਂ ਰਿਕਾਰਡ ਬਣਾਏ। ਹੀ ਆਲਸੋ ਵਨ, ਉਹਨੇ ਜਿੱਤਿਆ, ਉਹਨੇ ਇਹ ਵੀ ਜਿੱਤਿਆ, ਕੀ ਜਿੱਤਿਆ? ਆ ਗੋਲਡ ਮੈਡਲ ਐਟ ਦੀ 400 ਮੀਟਰ ਕੰਪੀਟੀਸ਼ਨ ਇਨ ਕਾਮਨਵੈਲਥ ਗੇਮਸ ਇਨ 1958। ਤੇ ਉਹਨੇ 1958 ਦੀਆਂ ਕਾਮਨਵੈਲਥ ਖੇਡਾਂ ਦੇ ਵਿੱਚ 400 ਮੀਟਰ ਦੀ ਜਿਹੜਾ ਮੁਕਾਬਲਾ ਸੀ ਦੌੜ ਦਾ, ਉਹਦੇ ਵਿੱਚ ਉਹਨੇ ਗੋਲਡ ਮੈਡਲ ਵੀ ਜਿੱਤਿਆ। ਮਤਲਬ ਇੰਡੀਆ ਦੀ ਖੇਡਾਂ ਵਿੱਚ 200 ਮੀਟਰ 400 ਮੀਟਰ ਦਾ ਰਿਕਾਰਡ ਸਥਾਪਿਤ ਕੀਤਾ, ਤੇ 1958 ਦੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਉਹਨੇ 400 ਮੀਟਰ ਦੀ ਦੌੜ ਵਿੱਚ ਗੋਲਡ ਮੈਡਲ ਜਿੱਤਿਆ, ਸੋਨ ਤਮਗਾ ਜਿੱਤਿਆ। ਹੀ ਵਾਜ਼ ਦੀ ਫਸਟ ਇੰਡੀਅਨ ਮੇਲ, ਉਹ ਪਹਿਲਾ ਇੰਡੀਅਨ ਮਰਦ ਸੀਗਾ। ਮੇਲ ਮੈਨੇ ਆਪਣਾ ਨਰ, ਠੀਕ ਹੈ, ਤੇ ਫੀਮੇਲ ਹੁੰਦਾ ਮਾਦਾ, ਲੇਡੀਜ਼ ਵਿੱਚ ਆ ਜਾਂਦਾ ਹੈ ਵੀ ਮਰਦਾਂ ਵਿੱਚ ਉਹ ਪਹਿਲਾ ਇੰਡੀਅਨ ਸੀ ਟੂ ਵਿਨ ਐਨ ਇੰਡੀਵਿਜੂਅਲ ਐਥਲੈਟਿਕਸ ਗੋਲਡ ਮੈਡਲ। ਅੱਛਾ ਵੀ, ਕਹਿੰਦੇ ਉਹ ਪਹਿਲਾ ਇੰਡੀਅਨ ਮੇਲ ਸੀ, ਪਹਿਲਾ ਇੰਡੀਅਨ ਮਰਦ ਸੀ ਜਿਹਨੇ ਇਹ ਕਾਮਨਵੈਲਥ ਖੇਡਾਂ ਵਿੱਚ ਇੰਡੀਵਿਜੂਅਲ ਐਥਲੈਟਿਕ, ਮਤਲਬ ਜੋ ਇਕੱਲੇ ਇਕੱਲੇ ਬੰਦੇ ਦੀ ਦੌੜ ਹੁੰਦੀ ਹੈ, ਉਹਦੇ ਵਿੱਚ ਉਹਨੇ ਗੋਲਡ ਮੈਡਲ ਜਿੱਤਿਆ, ਉਹ ਪਹਿਲਾ ਬੰਦਾ ਸੀਗਾ। ਠੀਕ ਹੈ, ਮਿਲਖਾ ਸਿੰਘ ਆਲਸੋ ਵਨ ਗੋਲਡ ਮੈਡਲ ਇਨ ਏਸ਼ੀਅਨ ਗੇਮਸ ਹੈਲਡ ਇਨ ਟੋਕੀਓ। ਕਹਿੰਦੇ ਜਿਹੜੀ ਟੋਕੀਓ ਦੇ ਵਿੱਚ ਆਪਣੀ ਏਸ਼ੀਅਨ ਖੇਡਾਂ ਹੋਈਆਂ, ਏਸ਼ੀਅਨ ਗੇਮਸ ਮਤਲਬ ਹੁੰਦਾ ਬੱਚਿਓ ਜਿਹੜੇ ਏਸ਼ੀਆ ਦੇ ਕੰਟਰੀ ਨੇ, ਉਹ ਉਹਨਾਂ ਦੀ ਖੇਡਾਂ ਇੱਕ ਹੁੰਦੀਆਂ। ਕਾਮਨਵੈਲਥ ਖੇਡਾਂ ਉਹ ਹੈਗੀਆਂ ਬੱਚਿਓ ਜਿਹੜੀਆਂ ਇੱਕ ਟਾਈਮ 'ਚ ਬ੍ਰਿਟਿਸ਼ ਕਲੋਨੀਆਂ ਸੀਗੀਆਂ, ਜਿੱਥੇ ਵਲਾਇਤ ਨੇ, ਯੂਨਾਈਟਿਡ ਕਿੰਗਡਮ ਨੇ ਕਦੀ ਰਾਜ ਕੀਤਾ ਸੀ ਉਹ ਦੇਸ਼ਾਂ 'ਚ, ਤੇ ਹੁਣ ਉਹ ਦੇਸ਼ ਆਜ਼ਾਦ ਨੇ,
ਉਹ ਸਾਰੇ ਦੇਸ਼ਾਂ ਦੇ ਇਕੱਠ ਨੂੰ ਅਸੀਂ ਕਹਿੰਦੇ ਹਾਂ ਕਾਮਨਵੈਲਥ ਕੰਟਰੀਜ਼, ਠੀਕ ਹੈ। ਸੋ ਉਹਨਾਂ ਦੀ ਵੀ ਖੇਡਾਂ ਹੁੰਦੀਆਂ, ਤੇ ਇਹਦਾ ਏਸ਼ੀਆ ਦੇ ਜਿੰਨੇ ਕੰਟਰੀ ਨੇ ਉਹਨਾਂ ਦੀ ਵੀ ਖੇਡਾਂ ਹੁੰਦੀਆਂ ਨੇ, ਹਨਾ। ਸੋ ਟੋਕੀਓ ਵਿੱਚ ਖੇਡੀਆਂ ਗਈਆਂ, ਉਹਦੇ ਵਿੱਚ ਉਹਨੇ 골ਡ ਮੈਡਲ ਜਿੱਤਿਆ ਤੇ ਹਰਾਇਆ ਕਿਹਨੂੰ, ਪਾਕਿਸਤਾਨੀ ਰਨਰ ਅਬਦੁਲ ਖਲੀਕ, ਜੋ ਪਾਕਿਸਤਾਨ ਦਾ ਬੜਾ ਤਗੜਾ ਖਿਡਾਰੀ ਸੀਗਾ, ਦੌੜਨ ਵਾਲਾ ਸੀਗਾ, ਉਹਦਾ ਨਾਂ ਸੀ ਅਬਦੁਲ ਖਲੀਕ। ਉਹਨੇ ਟੋਕੀਓ ਵਿੱਚ ਮਤਲਬ ਕਿ ਮਿਲਖਾ ਸਿੰਘ ਨੇ ਅਬਦੁਲ ਖਲੀਕ ਨੂੰ, ਪਾਕਿਸਤਾਨ ਦੇ ਦੌੜਾਕ ਨੂੰ ਹਰਾ ਕੇ ਏਸ਼ੀਅਨ ਖੇਡਾਂ ਵਿੱਚ 골ਡ ਮੈਡਲ ਜਿੱਤਿਆ। ਆਓ ਅੱਗੇ ਚਲੀਏ ਹੁਣ। ਹੀ ਵਾਜ਼ ਇਨਵਾਈਟਡ, ਉਹਨੂੰ ਸੱਦਾ ਭੇਜਿਆ ਗਿਆ, ਅਰਥਾਤ ਉਹ ਸੱਦਿਆ ਗਿਆ ਕਿ ਤੂੰ ਆ, ਕਿਹਦੇ ਵੱਲੋਂ, ਬਾਈ ਦੀ ਪ੍ਰੈਜ਼ੀਡੈਂਟ ਆਫ ਪਾਕਿਸਤਾਨ, ਜੋ ਪਾਕਿਸਤਾਨ ਦਾ ਰਾਸ਼ਟਰਪਤੀ ਸੀ, ਉਹਨੇ ਮਿਲਖਾ ਸਿੰਘ ਨੂੰ ਸੱਦਾ ਭੇਜਿਆ ਕਾਹਦੇ ਲਈ, ਟੂ ਟੇਕ ਪਾਰਟ, ਹਿੱਸਾ ਲੈਣ ਲਈ ਇਹਨਾਂ ਰੇਸ, ਇੱਕ ਰੇਸ ਵਿੱਚ। ਬੜੀ ਪਾਕਿਸਤਾਨ ਵਿੱਚ ਜਿੱਦਾਂ ਸਾਡੀਆਂ ਨੈਸ਼ਨਲ ਖੇਡਾਂ ਹੁੰਦੀਆਂ ਨੇ, ਹਨਾ ਬੱਚਿਓ, ਇੱਦਾਂ ਪਾਕਿਸਤਾਨ ਦੀ ਵੀ ਆਪਣੀ ਨੈਸ਼ਨਲ ਖੇਡਾਂ ਹੁੰਦੀਆਂ ਨੇ। ਉਹਨਾਂ ਨੇ ਕੋਈ ਪ੍ਰੋਗਰਾਮ ਕੀਤਾ ਹੋਣਾ ਖੇਡਾਂ ਦਾ, ਤੇ ਕਹਿੰਦੇ ਉਹਨੂੰ ਸੱਦਿਆ ਗਿਆ, ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਉਹਨੂੰ ਸੱਦਾ ਭੇਜਿਆ ਵੀ ਭਾਈ ਤੂੰ ਆ ਸਾਡੇ ਦੇਸ਼ ਵਿੱਚ, ਤੇ ਜਿਹੜੀਆਂ ਦੌੜਾਂ ਹੋਣ ਲੱਗੀਆਂ ਉਹ 'ਚ ਹਿੱਸਾ ਲੈ। ਟੂ ਟੇਕ ਪਾਰਟ, ਟੇਕ ਪਾਰਟ ਉਹਨੇ ਹਿੱਸਾ ਲੈਣਾ ਇਹਨਾਂ ਰੇਸ, ਦੌੜ ਵਿੱਚ। ਟੂ ਬੀ ਹੈਲਡ ਇਨ ਪਾਕਿਸਤਾਨ, ਜਿਹੜੀਆਂ ਖੇਡਾਂ, ਜਿਹੜੀਆਂ ਦੌੜਾਂ ਪਾਕਿਸਤਾਨ ਵਿੱਚ ਹੋਣੀਆਂ ਸੀ, ਟੂ ਬੀ ਹੈਲਡ। ਬਟ ਹੀ ਡਿਡ ਨਾਟ ਵਾਂਟ ਟੂ ਗੋ, ਪਰ ਉਹ ਜਾਣਾ ਨਹੀਂ ਚਾਹੁੰਦਾ ਸੀ। ਵਾਂਟ ਟੂ ਗੋ, ਟੂ ਤੋਂ ਬਾਅਦ ਬੱਚਿਓ ਹਮੇਸ਼ਾ ਫਸਟ ਫਾਰਮ ਆਏਗੀ, ਤੇ ਡਿਡ, ਡੂ, ਡਜ਼ ਦੇ ਨਾਲ ਵੀ ਫਸਟ ਫਾਰਮ ਆਏਗੀ। ਦੇਖੋ ਡਿਡ ਹੈਗਾ ਤੇ ਵਾਂਟ ਫਸਟ ਫਾਰਮ ਹੈਗੀ ਹੈ, ਵਾਂਟ। ਟੂ ਤੋਂ ਬਾਅਦ ਫਸਟ ਫਾਰਮ, ਟੂ ਗੋ। ਹੀ ਡਿਡ ਨਾਟ ਵਾਂਟ ਟੂ ਗੋ, ਪਰ ਉਹ ਜਾਣਾ ਨਹੀਂ ਚਾਹੁੰਦਾ ਸੀ, ਹੈ ਭੂਤਕਾਲ, ਕਿਉਂਕਿ ਡਿਡ ਹੈਗਾ ਇਸ ਕਰਕੇ ਭੂਤਕਾਲ ਹੈ, ਪਰ ਉਹ ਜਾਣਾ ਨਹੀਂ ਚਾਹੁੰਦਾ ਸੀ। ਬਿਕੋਜ਼, ਕਿਉਂਕਿ ਆਫ ਦੀ ਬਿਟਰ ਮੈਮਰੀਜ਼ ਆਫ ਦੀ ਪਾਰਟੀਸ਼ਨ, ਪਾਰਟੀਸ਼ਨ ਮੈਨੇ ਵੰਡ, ਆਫ ਦੀ ਪਾਰਟੀਸ਼ਨ ਮੈਨੇ ਵੰਡ ਦੀਆਂ, ਮੈਮਰੀਜ਼ ਮੈਨੇ ਯਾਦਾਂ, ਬਿਟਰ ਮੈਨੇ ਕੌੜੀ ਜਾਂ ਕੌੜਾ ਜਾਂ ਕੌੜੇ। ਸੋ ਬਿਟਰ ਮੈਮਰੀਜ਼ ਦਾ ਮਤਲਬ ਹੋ ਗਿਆ ਬੱਚੇ ਕੌੜੀਆਂ ਯਾਦਾਂ, ਅਰਥਾਤ ਵੰਡ ਦੀਆਂ ਕੌੜੀਆਂ ਯਾਦਾਂ ਕਰਕੇ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ ਸੀ। ਕਿਉਂਕਿ ਜੇ ਪਾਕਿਸਤਾਨ ਜਾਂਦਾ ਉਹਨੂੰ ਲੱਗਣਾ ਸੀਗਾ ਕਿ ਜਿਹੜਾ ਉਹਨੇ ਆਪਣੇ ਅੱਖੀਂ ਆਪਣੇ ਮਾਪਿਆਂ ਦਾ ਕਤਲ ਦੇਖਿਆ ਸੀਗਾ, ਖੂਨ ਖਰਾਬਾ ਦੇਖਿਆ ਸੀਗਾ, ਉਹਦੇ ਨਾਲ ਉਹਦੇ ਮਨ 'ਤੇ ਡੂੰਘਾ ਅਸਰ ਪੈਣਾ ਸੀਗਾ, ਉਹਦਾ ਮੂਡ ਖਰਾਬ ਹੋਣਾ ਸੀਗਾ, ਤੇ ਉਹਨੂੰ ਪੁਰਾਣੀਆਂ ਜਿਹੜੀਆਂ ਯਾਦਾਂ ਜਿਹਨਾਂ ਨੂੰ ਭੁਲਾਉਣਾ ਚਾਹੁੰਦਾ ਸੀ ਉਹ ਮੁੜ ਕੇ ਉਹਦੇ ਦਿਮਾਗ 'ਚ ਫੇਰ ਆ ਜਾਣੀਆਂ ਸੀਗੀਆਂ, ਹੈ ਨਾ। ਹੀ ਡਿਡ ਨਾਟ ਵਾਂਟ ਟੂ ਗੋ, ਉਹ ਨਹੀਂ ਜਾਣਾ ਚਾਹੁੰਦਾ ਸੀ, ਬਿਕੋਜ਼ ਆਫ ਦੀ ਬਿਟਰ ਮੈਮਰੀਜ਼ ਆਫ ਦੀ ਪਾਰਟੀਸ਼ਨ, ਵੰਡ ਦੀਆਂ ਕੌੜੀਆਂ ਯਾਦਾਂ ਕਰਕੇ ਉਹ ਨਹੀਂ ਜਾਣਾ ਚਾਹੁੰਦਾ ਸੀ। ਐਟ ਲਾਸਟ, ਐਟ ਲਾਸਟ ਨਾਲ ਪਰ ਅਖੀਰ ਵਿੱਚ, ਅਖੀਰ ਵਿੱਚ ਜਦੋਂ ਮਤਲਬ ਅੰਤਲਾ ਸਮਾਂ ਆਈ ਗਿਆ, ਮਤਲਬ ਜਿਲੇ ਸੱਦਾ ਤੇ ਕੁਝ ਦਿਨ ਪਹਿਲੇ, ਕੁਝ ਹਫ਼ਤੇ ਮਹੀਨੇ ਪਹਿਲੇ ਭੇਜ ਦਿੱਤਾ ਜਾਂਦਾ ਨਾ ਵੀ ਆਉਣ ਵਾਲੇ ਇਹ ਮਹੀਨੇ 'ਚ ਅਸੀਂ ਸਾਡੀਆਂ ਦੌੜਾਂ ਹੋਣੀਆਂ, ਤੁਸੀਂ ਆਇਓ। ਤੋ ਇਹਦਾ ਯੱਕੋ ਤੱਕੀ ਕਰਦਾ ਰਿਹਾ, ਉਹ ਨਹੀਂ ਜਾਣਾ ਚਾਹੁੰਦਾ ਸੀਗਾ, ਹੈ ਨਾ। ਬਟ ਐਟ ਲਾਸਟ, ਅਖੀਰ ਵਿੱਚ, ਓੜਕ ਨੂੰ ਪੰਡਿਤ ਜਵਾਹਰ ਲਾਲ ਨਹਿਰੂ, ਉਹ ਜਿਹੜੇ ਉਸ ਵੇਲੇ ਦੇ ਸਾਡੇ ਪ੍ਰਾਈਮ ਮਿਨਿਸਟਰ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ ਨੇ ਕਨਵਿੰਸਡ ਹਿਮ ਮੈਨੇ ਉਹਨੂੰ ਮਨਾ ਲਿਆ। ਉਹਨਾਂ ਨਿੱਜੀ ਤੌਰ 'ਤੇ ਗੱਲ ਕੀਤੀ, ਉਹਨੂੰ ਸਮਝਾਇਆ, ਉਹਨੂੰ ਪ੍ਰੇਰਨਾ ਕੀਤੀ, ਕਨਵਿੰਸਡ ਹਿਮ ਮੈਨੇ ਉਹਨੂੰ ਮਨਾ ਲਿਆ, ਟੂ ਗੋ, ਜਾਣ ਲਈ, ਉਹਨੂੰ ਜਾਣ ਲਈ ਮਨਾ ਲਿਆ, ਠੀਕ ਹੈ। ਸੋ ਮਿਲਖਾ ਸਿੰਘ ਵੰਸ ਅਗੇਨ ਇੱਕ ਵਾਰ ਫਿਰ, ਬੀਟ ਮੈਨੇ ਧਰਾਸ਼ਾਹੀ ਕਰ ਦਿੱਤਾ, ਢਾਤਾ, ਮਤਲਬ ਕੁੱਟ ਦਿੱਤਾ, ਅਰਥਾਤ ਉਹਨੂੰ ਹਰਾ ਦਿੱਤਾ। ਇਹਦਾ ਮਤਲਬ ਬੀਟ ਇਹ ਸੀ। ਬੀਟ ਦਾ ਆਖਰੀ ਅਰਥ ਹੁੰਦਾ ਬੱਚਿਓ ਮਾਰਨਾ ਵੀ ਹੁੰਦਾ, ਕੁੱਟਣਾ ਵੀ ਹੁੰਦਾ, ਤੇ ਬੀਟ ਜਿਹੜੇ ਸਪੋਰਟਸ ਵਿੱਚ ਖੇਡਾਂ ਵਿੱਚ ਵਰਤਦੇ ਨੇ, ਬੀਟ ਦਾ ਮਤਲਬ ਹੁੰਦਾ ਵੀ ਹਰਾ ਦੇਣਾ ਦੂਜੀ ਟੀਮ ਨੂੰ, ਠੀਕ ਹੈ। ਸੋ ਮਿਲਖਾ ਸਿੰਘ ਵੰਸ ਅਗੇਨ, ਮਿਲਖਾ ਸਿੰਘ ਨੇ ਇੱਕ ਵਾਰੀ ਫਿਰ ਬੀਟ ਮੈਨੇ ਹਰਾ ਦਿੱਤਾ, ਕਿਹਨੂੰ, ਅਬਦੁਲ ਖਲੀਕ, ਉਹ ਜਿਹਨੂੰ ਟੋਕੀਓ ਵਿੱਚ ਹਰਾਇਆ ਸੀਗਾ ਏਸ਼ੀਅਨ ਖੇਡਾਂ ਵਿੱਚ, ਉਹਨੂੰ ਮੁੜ ਕੇ ਫਿਰ ਅਬਦੁਲ ਖਲੀਕ ਨੂੰ ਇੱਕ ਵਾਰ ਹਰਾਤਾ ਇਨ ਦੀ ਰੇਸ, ਦੌੜ ਦੇ ਵਿੱਚ। ਦੀ ਪ੍ਰੈਜ਼ੀਡੈਂਟ ਆਫ ਪਾਕਿਸਤਾਨ, ਪਾਕਿਸਤਾਨ ਦਾ ਰਾਸ਼ਟਰਪਤੀ, ਵਾਜ਼ ਵੈਰੀ ਮਚ ਇੰਪਰੈਸਡ, ਟੂ ਇੰਪਰੈਸ ਹੋਣਾ ਹੁੰਦਾ ਬੱਚਿਓ, ਪ੍ਰਭਾਵਿਤ ਹੋਣਾ, ਵੈਰੀ ਮਚ ਉਹਨੇ ਬਹੁਤ ਜ਼ਿਆਦਾ। ਉਹ ਜਿਹੜਾ ਪਾਕਿਸਤਾਨ ਦਾ ਰਾਸ਼ਟਰਪਤੀ ਸੀ, ਉਹ ਮਿਲਖਾ ਸਿੰਘ ਨੂੰ ਦੌੜਦੇ ਵੇਖ ਕੇ, ਉਹਦੀ ਇਹ ਪਰਫਾਰਮੈਂਸ ਦੇਖ ਕੇ, ਉਹਦਾ ਜਿਹੜਾ ਇਹ ਕਰਤੱਵ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ, ਕਿਉਂਕਿ ਉਹਨਾਂ ਵਾਸਤੇ ਅਬਦੁਲ ਖਲੀਕ ਵੀ ਬੜਾ ਮਾਣ ਵਾਲੀ ਗੱਲ ਸੀ, ਬੜਾ ਤਗੜਾ ਖਿਡਾਰੀ ਸੀ ਉਹਨਾਂ ਦਾ ਉਹ ਵੀ, ਤੇ ਉਹ ਪਾਕਿਸਤਾਨ ਦੇ ਉਹਨਾਂ ਦੇ ਦੇਸ਼ ਵਿੱਚ ਜਾ ਕੇ ਉਹਨਾਂ ਦੇ ਸਭ ਤੋਂ ਵੱਡੇ ਖਿਡਾਰੀ ਨੂੰ ਹਰਾ ਦੇਣਾ, ਤੇ ਉਹ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਉਹਨੂੰ ਇਹ ਦੇਖ ਕੇ ਉਹ ਬੜਾ ਪ੍ਰਭਾਵਿਤ ਹੋਇਆ। ਆਓ ਅੱਗੇ ਚਲੀਏ ਹੁਣ। ਹੀ ਰਿਮਾਰਕਡ, ਉਹਨੇ ਟਿੱਪਣੀ ਕੀਤੀ, ਮਿਲਖਾ, ਯੂ ਡਿਡ ਨਾਟ ਰਨ, ਤੂੰ ਦੌੜਿਆ ਨਹੀਂ, ਯੂ ਐਕਚੁਅਲੀ ਫਲਿਊ, ਤੂੰ ਤੇ ਅਸਲ ਵਿੱਚ ਉੱਡਿਆ ਹੈ। ਐਕਚੁਅਲੀ ਮੈਨੇ ਅਸਲ ਵਿੱਚ, ਫਲਿਊ ਮੈਨੇ ਉੱਡਿਆ, ਫਲਾਈ, ਫਲਿਊ, ਫਲੋਨ, ਇਹ ਲਿਖ ਲਓ ਬੱਚਿਓ। ਫਲਾਈ ਮੈਨੇ ਹੁੰਦਾ FLY ਦਾ ਮਤਲਬ ਹੁੰਦਾ ਉੱਡਣਾ, ਤੇ ਸੈਕਿੰਡ ਫਾਰਮ ਹੈਗੀ ਫਲਿਊ, ਤੇ ਥਰਡ ਫਾਰਮ ਹੈਗੀ ਫਲੋਨ, FLOWN, ਫਲਾਈ, ਫਲਿਊ, ਫਲੋਨ। ਫਲਾਈ ਮੈਨੇ ਉੱਡਣਾ, ਫਲਿਊ ਮੈਨੇ ਉੜਿਆ, ਫਲੋਨ ਹੋ ਜਾਏਗਾ ਥਰਡ ਫਾਰਮ ਹੈਜ਼, ਹੈਵ, ਹੈਡ ਦੇ ਨਾਲ
ਫਲੋਨ ਆਏਗਾ। ਠੀਕ ਹੈ ਬੱਚਿਓ। ਹੁਣ ਦੇਖੋ ਖੁਸ਼ ਹੋਇਆ ਪ੍ਰੈਜ਼ੀਡੈਂਟ ਜਿਹੜਾ ਸੀਗਾ ਪਾਕਿਸਤਾਨ ਦਾ, ਹਾਲਾਂਕਿ ਉਹਨਾਂ ਦੇ ਦੇਸ਼ ਦੇ ਖਿਡਾਰੀ ਨੂੰ ਹਰਾਇਆ, ਪਰ ਉਹ ਖੁਸ਼ ਹੋਇਆ ਤੇ ਉਹਨੇ ਪ੍ਰਸ਼ੰਸਾ ਕੀਤੀ, ਤਾਰੀਫ ਕੀਤੀ, ਕਿਉਂਕਿ ਹਾਲਾਂਕਿ ਭਾਵੇਂ ਵੰਡ ਹੋਈ ਸੀ ਪਰ ਜੜ੍ਹਾਂ ਤਾਂ ਇੱਕੋ ਹੀ ਸੀ ਨਾ, ਉਹ ਵੀ ਪੰਜਾਬੀ ਸੀਗੇ, ਅਸੀਂ ਵੀ ਪੰਜਾਬੀ ਹੈਗੇ ਸੀ, ਹੈ ਨਾ। ਤੇ ਉਹ ਖੁਸ਼ ਹੋਇਆ ਵੀ ਇੱਕ ਪੰਜਾਬੀ ਨੂੰ ਦੇਖ ਕੇ ਵੀ ਹਾਂ ਵੀ ਉਹਨਾਂ ਨੂੰ ਮਾਣ ਸੀ। ਹੁਣ ਵੀ ਦੇਖੋ ਪਾਕਿਸਤਾਨ ਤੇ ਇੰਡੀਆ ਦੇ ਪੰਜਾਬ ਦੀਆਂ ਸਾਂਝਾਂ ਨੇੜੇ ਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉੱਥੇ ਦੇ ਲੋਕ ਵੀ ਇੱਥੇ ਦੇ ਲੋਕ ਵੀ ਸਾਂਝਾਂ ਇੱਕੋ ਹੀ ਹੈਗੀਆਂ, ਸਾਡੀ ਬੋਲੀ ਵੀ ਇੱਕੋ ਹੈਗੀ ਹੈ, ਖਾਣਾ ਪੀਣਾ ਵੀ ਇੱਕੋ ਹੀ ਹੈਗਾ, ਸੱਭਿਆਚਾਰ ਵੀ ਇੱਕੋ ਜਿਹਾ ਹੈਗਾ। ਸੋ ਭਾਵੇਂ ਨਕਸ਼ੇ ਦੇ ਉੱਤੇ ਤੇ ਲੀਕ ਪੈ ਗਈ ਹੈ, ਨਕਸ਼ੇ ਤੇ ਦੋ ਟੁਕੜੇ ਹੋ ਗਏ ਨੇ, ਪਰ ਦਿਲਾਂ ਨੂੰ ਵੰਡ ਨਹੀਂ ਸਕੇ। ਜਿਹੜੇ ਸ਼ਾਤਿਰ ਲੋਕਾਂ ਨੇ ਇਹ ਵੰਡ ਕਰਨ ਦੀ ਕੋਸ਼ਿਸ਼ ਕੀਤੀ, ਸ਼ਰਾਰਤੀ ਲੋਕਾਂ ਨੇ, ਉਹ ਸਾਡੇ ਦਿਲਾਂ ਨੂੰ ਵੰਡ ਨਹੀਂ ਸਕੇ। ਸੋ ਹਾਲੇ ਤੱਕ ਵੀ ਦਿਲਾਂ ਦੀ ਸਾਂਝ ਹੈਗੀ ਹੈ ਪਾਕਿਸਤਾਨ ਦੇ ਨਾਲ ਤੇ ਇੰਡੀਆ ਦੇ ਨਾਲ, ਆਪਸੀ ਸਾਂਝ ਉਹਨਾਂ ਦੀ ਪ੍ਰੇਮ ਦੀ ਹੈਗੀ ਹੈ, ਉਸ ਚੀਜ਼ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸੋ ਇਹ ਬੜੀ ਖੁਸ਼ੀ ਦੀ ਗੱਲ ਹੈ। ਠੀਕ ਹੈ ਨਾ। ਸੋ ਹੀ ਰਿਮਾਰਕਡ, ਉਹਨੇ ਟਿੱਪਣੀ ਕੀਤੀ, ਮਿਲਖਾ ਯੂ ਡਿਡ ਨਾਟ ਰਨ, ਯੂ ਐਕਚੁਅਲੀ ਫਲਿਊ, ਤੂੰ ਦੌੜਿਆ ਨਹੀਂ, ਤੂੰ ਤੇ ਅਸਲ ਵਿੱਚ ਉੱਡਿਆ। ਹੀ ਗੇਵ ਦੀ ਟਾਈਟਲ ਆਫ ਫਲਾਈਂਗ ਸਿੱਖ ਟੂ ਹਿਮ, ਟਾਈਟਲ ਮੈਨੇ ਹੁੰਦਾ ਨਾਂ ਦੇਣਾ, ਮਤਲਬ ਕਿ ਇੱਕ ਰੁਤਬਾ ਦੇਣਾ, ਖਿਤਾਬ ਦੇਣਾ। ਠੀਕ ਹੈ ਨਾ। ਜਿੱਦਾਂ ਨਹੀਂ ਖਿਤਾਬ ਹੁੰਦੇ ਸਰਕਾਰੀ ਆਪਣੇ ਦਫ਼ਤਰਾਂ 'ਚ, ਜਿੱਦਾਂ ਕਹਿੰਦੇ ਡਿਪਟੀ ਕਮਿਸ਼ਨਰ, ਚੇਅਰਮੈਨ, MLA, MP, ਹੈ ਨਾ, ਕੈਬਨਿਟ ਸੈਕਟਰੀ, ਇਹ ਕੀ ਹੈਗੇ ਨੇ, ਟਾਈਟਲ ਹੈਗੇ ਨੇ। ਠੀਕ ਹੈ ਨਾ। ਹੀ ਗੇਵ ਦੀ ਟਾਈਟਲ ਆਫ ਫਲਾਈਂਗ ਸਿੱਖ ਟੂ ਹਿਮ, ਉਹਨੇ ਉੜਦਾ ਸਰਦਾਰ ਦਾ ਉਹਨੂੰ ਟਾਈਟਲ ਖਿਤਾਬ ਦਿੱਤਾ। 10 ਇਸ ਤਰ੍ਹਾਂ ਮਿਲਖਾ ਸਿੰਘ ਬਿਕੇਮ ਪਪੂਲਰ ਐਜ਼ ਦਾ ਫਲਾਈਂਗ ਸਿੰਘ, ਪਪੂਲਰ ਮੈਨੇ ਮਸ਼ਹੂਰ ਹੋਣਾ, ਜਾਣਿਆ ਜਾਣ ਲੱਗਾ। ਇਸ ਤਰ੍ਹਾਂ ਕੀ ਹੋਇਆ, ਜਦੋਂ ਉਹਨੇ ਇਹ ਟਿੱਪਣੀ ਕੀਤੀ ਤਾਂ ਨੈਚੁਰਲੀ ਉਹ ਪ੍ਰੈਜ਼ੀਡੈਂਟ ਨੇ ਜਦ ਟਿੱਪਣੀ ਕੀਤੀ ਤੇ ਅਖਬਾਰਾਂ ਵਿੱਚ ਇਹ ਗੱਲ ਆ ਗਈ, ਹੈ ਨਾ, ਵੀ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਇੰਦਾ ਬੋਲਿਆ, TV ਦੇ ਗੱਲਾਂ ਆ ਗਈਆਂ ਸਾਰੀਆਂ, ਤੇ ਇਸ ਤਰ੍ਹਾਂ ਕਰਦੇ ਕਰਦੇ ਉੜਦਾ ਸਰਦਾਰ ਕਰਕੇ ਮਸ਼ਹੂਰ ਹੋ ਗਿਆ। ਮਿਲਖਾ ਸਿੰਘ ਦਾ ਇੱਕ ਨਾਂ ਪੈ ਗਿਆ, ਉੜਦਾ ਸਰਦਾਰ। ਠੀਕ ਹੈ। ਹੀ ਵਾਜ਼ ਐਵਾਰਡਿਡ, ਐਵਾਰਡ ਹੁੰਦਾ ਬੱਚਿਓ, ਐਵਾਰਡ ਹੁੰਦਾ ਤੂੰ ਇਨਾਮ ਦੇ ਨਾਲ ਨਿਵਾਜਣਾ। ਠੀਕ ਹੈ ਨਾ। ਤਾਂ ਐਵਾਰਡਿਡ ਮੈਨੇ ਨਿਵਾਜਿਆ ਗਿਆ। ਹੀ ਵਾਜ਼ ਐਵਾਰਡਿਡ ਦੀ ਪਦਮਾ ਸ਼੍ਰੀ ਅਵਾਰਡ in 1959 ਫॉर ਹਿਜ਼ ਅਚੀਵਮੈਂਟਸ ਇਨ ਸਪੋਰਟਸ। ਅਚੀਵਮੈਂਟ ਹੁੰਦੀ ਹੈ ਪ੍ਰਾਪਤੀ, ਅਚੀਵਮੈਂਟਸ ਹੁੰਦੀਆਂ ਪ੍ਰਾਪਤੀਆਂ, ਇਨ ਸਪੋਰਟਸ ਮੈਨੇ ਖੇਡਾਂ ਵਿੱਚ ਪ੍ਰਾਪਤੀਆਂ। ਠੀਕ ਹੈ। ਸੋ ਉਹਨੂੰ ਪਦਮ ਸ਼੍ਰੀ ਇਨਾਮ ਦੇ ਨਾਲ ਨਿਵਾਜਿਆ ਗਿਆ। ਹੀ ਵਾਜ਼ ਐਵਾਰਡਿਡ ਦੀ ਪਦਮ ਸ਼੍ਰੀ ਅਵਾਰਡ, ਅਰਥਾਤ ਉਹਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ, ਜਾਂ ਤਾਂ ਇੱਦਾਂ ਕਹਿ ਸਕਦੇ ਹਾਂ ਉਹਨੂੰ ਪਦਮ ਸ਼੍ਰੀ ਇਨਾਮ ਦਿੱਤਾ ਗਿਆ, ਜਾਂ ਅਸੀਂ ਕਹਿ ਸਕਦੇ ਹਾਂ ਉਹ ਪਦਮ ਸ਼੍ਰੀ ਇਨਾਮ ਨਾਲ ਨਿਵਾਜਿਆ ਗਿਆ। ਕਦੋਂ? ਇਨ 1959, 1959 ਦੇ ਵਿੱਚ। ਕਾਹਦੇ ਲਈ? ਫॉर ਹਿਜ਼ ਅਚੀਵਮੈਂਟਸ ਇਨ ਸਪੋਰਟਸ, ਖੇਡਾਂ 'ਚ ਪ੍ਰਾਪਤੀਆਂ ਲਈ ਉਹਨੂੰ 1959 ਦੇ ਵਿੱਚ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਅੱਗੇ ਚਲੀਏ ਹੁਣ। ਓਕੇ, ਹੁਣ ਅਸੀਂ ਆਖਰੀ ਸਲਾਈਡ ਤੇ ਪਹੁੰਚ ਗਏ ਪਿਆਰੇ ਬੱਚਿਓ। ਆਫਟਰ ਰਿਟਾਇਰਮੈਂਟ ਫਰੋਮ ਦਾ ਆਰਮੀ, ਹੁਣ ਜਦੋਂ ਬੰਦਾ 60 ਸਾਲ ਦਾ 58 ਸਾਲ ਦਾ ਹੋ ਜਾਂਦਾ ਹੈ ਨਾ, ਫਿਰ ਉਹਨੂੰ ਰਿਟਾਇਰ ਵੀ ਹੋਣਾ ਪੈਂਦਾ ਹੈ। ਠੀਕ ਹੈ ਨਾ। ਸੋ ਆਫਟਰ ਰਿਟਾਇਰਮੈਂਟ ਫਰੋਮ ਦਾ ਆਰਮੀ, ਫੌਜ ਚੋਂ ਰਿਟਾਇਰ ਹੋਣ ਤੋਂ ਬਾਅਦ ਹੀ ਬਿਕੇਮ, ਉਹ ਬਣ ਗਿਆ ਕੀ, ਦੀ ਡਾਇਰੈਕਟਰ ਆਫ ਸਪੋਰਟਸ ਇਨ ਪੰਜਾਬ। ਸਰਕਾਰ ਨੇ ਉਹਨੂੰ ਪੰਜਾਬ ਵਿੱਚ ਸਪੋਰਟਸ ਦਾ ਡਾਇਰੈਕਟਰ ਬਣਾ ਦਿੱਤਾ। ਜਿਵੇਂ ਹਰ ਸਟੇਟ ਵਿੱਚ ਬੱਚਿਓ ਸਪੋਰਟਸ ਦੇ ਸਕੂਲ ਹੁੰਦੇ ਨੇ, ਸਪੋਰਟਸ ਦੇ ਕਾਲਜ ਹੁੰਦੇ ਨੇ, ਸਪੋਰਟਸ ਮਿਨਿਸਟਰੀ ਹੁੰਦੀ ਹੈ ਨਾ, ਖੇਡਾਂ ਦਾ ਸਿਸਟਮ ਹੁੰਦਾ ਹੈ। ਤੇ ਉਹਨੂੰ ਮਾਣ ਵਜੋਂ, ਸਤਿਕਾਰ ਵਜੋਂ ਤੇ ਉਹਦੀਆਂ ਪ੍ਰਾਪਤੀਆਂ ਕਰਕੇ ਰਿਟਾਇਰਮੈਂਟ ਹੋਣ ਤੋਂ ਉਹਨੂੰ ਘਰ ਨਹੀਂ ਬਿਠਾ ਦਿੱਤਾ ਗਿਆ, ਉਹਨੂੰ ਡਾਇਰੈਕਟਰ ਆਫ ਸਪੋਰਟਸ ਬਣਾ ਦਿੱਤਾ ਗਿਆ। ਠੀਕ ਹੈ ਜੀ। ਹੀ ਡੋਨੇਟਿਡ, ਡੋਨੇਟ ਮੈਨੇ ਹੁੰਦਾ ਬੱਚਿਓ ਦਾਨ ਕਰਨਾ, ਤੇ ਡੋਨੇਟਿਡ ਦਾ ਮਤਲਬ ਹੁੰਦਾ ਹੈ ਦਾਨ ਕੀਤਾ। ਹੀ ਡੋਨੇਟਿਡ, ਉਹਨੇ ਸਾਰੇ ਦਾਨ ਕਰ ਦਿੱਤੇ, ਆਲ ਹਿਜ਼, ਸਾਰੇ ਆਪਣੇ ਕੀ, ਮੈਡਲਸ। ਜਿਹੜੇ ਮੈਡਲ ਸੋਨੇ ਦੇ ਹੁੰਦੇ ਨੇ ਬੱਚਿਓ, ਵੈਸੇ ਉਹਦੀ ਕੀਮਤ ਤੇ ਦੱਸੀ ਨਹੀਂ ਜਾ ਸਕਦੀ, ਹੈ ਨਾ, ਪਰ ਉਹਦੀ ਇੱਕ ਮਾਣ ਵੀ ਹੈਗਾ ਤੇ ਉਹਦੀ ਕੋਈ ਵੈਲਿਊ ਵੀ ਹੈਗੀ ਹੈ। ਨਾਪ ਤੋਲ ਕੇ ਦੇਖੋ, ਉਹ 'ਚ ਕੁਝ ਧਾਤੂਆਂ ਹੁੰਦੀਆਂ, ਸੋਨਾ ਹੁੰਦਾ, ਚਾਂਦੀ ਹੁੰਦੀ, ਜੋ ਵੀ, ਟੂ ਦੀ ਨੇਸ਼ਨ। ਪਰ ਉਹਨੇ ਆਪਣੇ ਦੇਸ਼ ਨੂੰ ਇਹ ਸਾਰੇ ਤਮਗੇ ਜਿਹੜੇ ਸੀਗੇ ਉਹ ਦਾਨ ਵਜੋਂ ਦੇ ਦਿੱਤੇ, ਸਾਰੇ ਤਮਗੇ ਦੇਸ਼ ਨੂੰ ਦਾਨ ਕਰ ਦਿੱਤੇ। ਹਿਜ਼ ਲਾਈਫ, ਉਹਦੀ ਜ਼ਿੰਦਗੀ, ਇਜ਼, ਹੈ, ਆ, ਇੱਕ, ਗ੍ਰੇਟ, ਵੱਡੀ, ਇੰਸਪੀਰੇਸ਼ਨ, ਪ੍ਰੇਰਨਾ, ਫॉर, ਲਈ, ਅਸ, ਸਾਡੇ। ਉਸ ਦੀ ਜ਼ਿੰਦਗੀ ਸਾਡੇ ਲਈ ਇੱਕ ਵੱਡੀ ਪ੍ਰੇਰਨਾ ਹੈ। ਸੋ ਬੱਚਿਓ, ਇਹ ਕਹਾਣੀ ਅਸੀਂ ਸਿਰਫ ਪੜ੍ਹਨੀ ਨਹੀਂ ਹੈਗੀ, ਇਸ ਕਹਾਣੀ 'ਚੋਂ ਅਸੀਂ ਪ੍ਰੇਰਨਾ ਵੀ ਲੈਣੀ ਹੈ। ਸੋ ਮੈਂ ਦੇਖਦਾ ਕਿ ਇਹ 'ਚ ਦੋ ਪ੍ਰੇਰਨਾਵਾਂ ਨੇ, ਹੈ ਨਾ, ਕਿ ਬਚਪਨ ਵਿੱਚ ਹੋਈ ਜਿਹੜੀ ਦਰਦਨਾਕ ਘਟਨਾ ਸੀ, ਉਹਨੇ ਉਸਨੂੰ ਆਪਣੇ ਰਾਹ ਦਾ, ਜ਼ਿੰਦਗੀ ਦਾ ਅੜਿੱਕਾ ਨਹੀਂ ਬਣਨ ਦਿੱਤਾ, ਹੈ ਨਾ ਬੱਚਿਓ। ਅਤੇ ਸਾਡੀ ਜ਼ਿੰਦਗੀ ਵਿੱਚ ਕਦੀ ਗਰੀਬੀ ਹੁੰਦੀ ਹੈ, ਕਦੀ ਘਰ 'ਚ ਕੋਈ ਚੜ੍ਹਾਈ ਕਰ ਜਾਂਦਾ ਹੈ, ਅਤੇ ਅਸੀਂ ਉਹ ਤੋਂ ਘਬਰਾਉਣਾ ਨਹੀਂ। ਠੀਕ ਹੈ ਨਾ। ਫਿਰ ਦੇਖੋ, ਉਹ ਦੌੜ ਕੇ ਸਕੂਲ ਜਾਂਦਾ ਸੀਗਾ। ਅਸੀਂ ਕਦੀ ਵੀ ਬੱਚਿਓ ਸਰੀਰਕ ਕਸਰਤ ਤੋਂ, ਸਰੀਰਕ ਮੁਸ਼ੱਕਤ ਤੋਂ ਭੱਜਣਾ ਨਹੀਂ। ਅਸੀਂ ਧੁੱਪ ਤੋਂ, ਠੰਡ ਤੋਂ,
ਪਸੀਨੇ ਤੋਂ, ਸੱਟ ਲੱਗਣ ਤੋਂ, ਮਿੱਟੀ ਤੋਂ ਘਬਰਾਉਣਾ ਨਹੀਂ। ਫਿਰ ਦੇਖੋ ਬੱਚਿਓ, ਉਹ ਚੌਥੇ ਯਤਨ ਵਿੱਚ ਫੌਜ ਵਿੱਚ ਭਰਤੀ ਹੋਇਆ। ਜੇ ਅਸੀਂ ਕਦੀ ਕਿਸੇ ਗੱਲ ਕਰਕੇ, ਕਿਸੇ ਵੀ ਕਾਰਨ ਕਰਕੇ ਪਹਿਲੀ ਵਾਰ ਕਾਮਯਾਬ ਨਹੀਂ ਹੁੰਦੇ ਤੇ ਅਸੀਂ ਢੇਰੀ ਢਾਹ ਕੇ ਨਹੀਂ ਬਹਿਣਾ, ਅਸੀਂ ਯਤਨ ਕਰਦੇ ਜਾਣਾ ਹੈ, ਅਸੀਂ ਅੱਗੇ ਵੱਧਦੇ ਜਾਣਾ ਹੈ। ਠੀਕ ਹੈ ਬੱਚਿਓ। ਤੁਸੀਂ ਮੈਨੂੰ ਦੇਖੋ ਬੱਚਿਓ, ਮੈਂ ਮਰਚੈਂਟ ਨੇਵੀ ਵਿੱਚ ਕੈਪਟਨ ਬਣਿਆ। ਜਦ ਮੈਂ ਪਹਿਲੀ ਵਾਰ ਮਰਚੈਂਟ ਨੇਵੀ ਦੇ ਕੈਪਟਨ ਦਿੱਤੇ ਤੇ ਮੈਂ ਫੇਲ ਹੋ ਗਿਆ, ਕਿਉਂਕਿ ਮੈਨੂੰ ਉਸ ਸਿਲੇਬਸ ਬਾਰੇ, ਉਹ ਪੇਪਰਾਂ ਦੇ ਸਿਸਟਮ ਬਾਰੇ ਕੁਝ ਪਤਾ ਹੀ ਨਹੀਂ ਸੀਗਾ। ਹੁਣ ਇੱਕ ਵਾਰ ਜਿਹੜੇ ਪੇਪਰ ਦੇ ਲਿਆ ਮੈਨੂੰ ਪਤਾ ਲੱਗ ਗਿਆ, ਕਿਉਂਕਿ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ। ਫਿਰ ਮੈਂ 10 ਮਹੀਨੇ 11 ਮਹੀਨੇ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਟ ਕੇ ਪੜ੍ਹਾਈ ਕੀਤੀ, ਹਜ਼ਾਰਾਂ ਸਵਾਲ ਕੀਤੇ, ਫਿਜ਼ਿਕਸ, ਕੈਮਿਸਟਰੀ, ਜਨਰਲ ਨੌਲੇਜ ਸਾਰੀ ਮੈਂ ਪੜ੍ਹਾਈ ਕੀਤੀ, ਹੈ ਨਾ। ਸਾਲ ਭਰ ਮੈਂ ਲੱਗਾ ਰਿਹਾ। ਮੈਂ ਇਹ ਨਹੀਂ ਕਿਹਾ ਵੀ ਯਾਰ ਮੈਂ ਹੁਣ ਪਹਿਲੀ ਵਾਰ ਫੇਲ ਹੋ ਗਿਆ ਅਤੇ ਹੁਣ ਕੋਈ ਗੱਲ ਨਹੀਂ, ਮੈਂ ਦੂਜੀ ਵਾਰ ਫੇਰ ਪੇਪਰ ਦਿੱਤਾ ਅਤੇ ਦੂਜੀ ਵਾਰ ਮੈਂ ਸਿਲੈਕਟ ਹੋ ਗਿਆ। ਸੋ ਬੱਚਿਓ, ਇਸ ਤਰ੍ਹਾਂ ਜ਼ਿੰਦਗੀ ਵਿੱਚ ਉਤਾਰ ਚੜਾਵ ਆਉਂਦੇ ਰਹਿੰਦੇ ਨੇ। ਅਸੀਂ ਕਦੀ ਵੀ ਆਪਣੇ ਆਪ ਨੂੰ ਢਹਿੰਦੀ ਕਲਾ ਵਿੱਚ ਲੈ ਕੇ ਨਹੀਂ ਜਾਣਾ। ਹਮੇਸ਼ਾ ਵਾਹਿਗੁਰੂ 'ਤੇ ਭਰੋਸਾ ਰੱਖ ਕੇ, ਗੁਰੂ ਨਾਲ ਜੁੜ ਕੇ ਅਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਕਿਸੇ ਕਿਸਮ ਦੇ ਨਸ਼ੇ ਨਹੀਂ ਕਰਨੇ। ਹੁਣ ਦੱਸੋ ਬੱਚਿਓ, ਜੇ ਉਹ ਮਿਲਖਾ ਸਿੰਘ ਨਸ਼ੇ ਕਰਦਾ ਹੁੰਦਾ ਤੇ ਕੀ ਉਹ ਖਿਡਾਰੀ ਬਣ ਸਕਦਾ ਸੀਗਾ? ਕਦੀ ਵੀ ਨਹੀਂ ਬਣ ਸਕਦਾ ਸੀਗਾ। ਉਹਦੀ ਜ਼ਿੰਦਗੀ ਤਾਂ ਖਤਮ ਹੋ ਗਈ ਹੋਣੀ ਸੀ ਅੱਧ ਵਿਚਾਲੇ। ਸੋ ਬੱਚਿਓ, ਇਸ ਕਰਕੇ ਅਸੀਂ ਨਸ਼ਿਆਂ ਤੋਂ ਵੀ ਬਚਣਾ ਹੈ, ਡਟ ਕੇ ਆਪਣੀ ਪੜ੍ਹਾਈ ਕਰਨੀ ਹੈ, ਮਾਪਿਆਂ ਦਾ ਕਹਿਣਾ ਮੰਨਣਾ ਹੈ, ਟੀਚਰਾਂ ਦਾ ਕਹਿਣਾ ਮੰਨਣਾ ਹੈ। ਸਾਰੇ ਕੰਮ ਜਿਹੜੇ ਨੇ ਅਸੀਂ ਜ਼ਿੰਮੇਵਾਰੀ ਦੇ ਨਾਲ ਕਰਨੇ ਨੇ ਅਤੇ ਇਸ ਤਰ੍ਹਾਂ ਅਸੀਂ ਆਪਣੇ ਮਾਤਾ ਪਿਤਾ ਦਾ ਵੀ, ਆਪਣੇ ਟੀਚਰਾਂ ਦਾ ਵੀ, ਆਪਣੇ ਸੂਬੇ ਦਾ ਵੀ ਨਾਂ, ਆਪਣੇ ਦੇਸ਼ ਦਾ ਵੀ ਨਾਂ ਰੌਸ਼ਨ ਕਰ ਸਕਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਸਬਕ, ਉਹਦਾ ਰੀਡਿੰਗ, ਉਹਦਾ ਉਚਾਰਨ, ਉਹਦੇ ਅਰਥ। ਅਤੇ ਮੈਂ ਆਸ ਕਰਦਾ ਹਾਂ ਇਸ ਵੀਡੀਓ ਰਾਹੀਂ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸਿੱਖ ਲਿਆ ਹੋਵੇਗਾ, ਸਮਝ ਲਿਆ ਹੋਵੇਗਾ। ਆਉਣ ਵਾਲੇ ਵੀਡੀਓਜ਼ ਵਿੱਚ ਅਸੀਂ ਹੋਰ ਲੈਸਨ ਵੀ ਅਤੇ ਇਸ ਲੈਸਨ ਨਾਲ ਜੁੜੀਆਂ ਜਿਹੜੀ ਐਕਟੀਵਿਟੀਜ਼ ਹੈਗੀਆਂ, ਐਕਸਰਸਾਈਜ਼ ਹੈ, ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਤੁਸੀਂ ਹੋਰ ਵਿਦਿਆਰਥੀਆਂ ਨੂੰ ਇਸ ਚੈਨਲ ਬਾਰੇ ਦੱਸੋ, ਕਿਉਂਕਿ ਇਸੀ ਚੈਨਲ 'ਤੇ 6ਵੀਂ 7ਵੀਂ ਜਮਾਤ ਦੇ ਵੀ ਅੰਗਰੇਜ਼ੀ ਦੇ ਲੈਸਨ ਇਸੀ ਤਰ੍ਹਾਂ ਪਾਏ ਜਾ ਰਹੇ ਹਨ। 6ਵੀਂ ਦੇ ਗਣਿਤ ਦੇ ਲੈਸਨ ਪਾਏ ਜਾ ਰਹੇ ਹਨ। 8ਵੀਂ 9ਵੀਂ 10ਵੀਂ ਦੇ ਵਿਦਿਆਰਥੀਆਂ ਲਈ ਗਣਿਤ ਦੇ, ਮੈਥ ਦੇ ਸਾਰੇ ਸਵਾਲ ਹੱਲ ਕਰਕੇ, ਸਮਝਾ ਕੇ ਪਹਿਲਾਂ ਹੀ ਪਾ ਦਿੱਤੇ ਜਾ ਚੁੱਕੇ ਹਨ। ਸੋ ਤੁਸੀਂ ਸਾਰੇ ਰਲ ਮਿਲ ਕੇ ਇਸ ਚੈਨਲ ਨੂੰ ਸਪੋਰਟ ਕਰੋ। ਸਪੋਰਟ ਕਰਨ ਦਾ ਮਤਲਬ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਉਦਮ ਦਾ ਲਾਹਾ ਲੈ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।